ਦੋਵੇਂ ਵਕਤ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ। ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਮਹਾਰਾਜ ਜੀ ਦੇ ਸ੍ਰੀ ਮੁਖ ਤੋਂ ਉਪਦੇਸ਼ ਸੁਣ ਕਰਕੇ ਨਿਹਾਲ ਹੁੰਦੇ ਆ। ਇੱਕ ਦਿਨ ਇਹਨਾਂ ਮਹਾਤਮਾ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਰਾਜ ਜਦੋਂ ਹਜ਼ੂਰ ਆਪ ਦੇ ਦਰਸ਼ਨ ਕਰਦੇ ਆ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਮਾਤਰ ਸੇ ਮਹਾਰਾਜ ਹਿਰਦੇ ਦੇ ਅੰਦਰ ਪ੍ਰਭੂ ਦੀ ਯਾਦ ਪ੍ਰਾਪਤ ਹੁੰਦੀ ਹੈ। ਮਹਾਰਾਜ ਮਨ ਦੇ ਅੰਦਰ ਪ੍ਰੇਮ ਉਤਪਨ ਹੁੰਦਾ ਹੈ, ਬੈਰਾਗ ਦੀ ਅਵਸਥਾ ਬਣਦੀ ਹੈ। ਪਰ ਸੱਚੇ ਪਾਤਸ਼ਾਹ ਜੀ ਸਦੀਵ ਇਹ ਜਿਹੜਾ ਤਰਤੀਬਰ ਬੈਰਾਗ ਹੈ ਬਣਿਆ ਰਹੇ। ਮਹਾਰਾਜ ਇਹਦੇ ਲਈ ਕੋਈ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਮਹਾਰਾਜ ਸਾਡਾ ਮਨ ਫਿਰ ਦੁਨੀਆ ਦੇ ਸੁੱਖਾਂ ਵਿੱਚ ਭਟਕ ਜਾਂਦਾ ਹੈ, ਮਹਾਰਾਜ ਡਾਵਾਂ ਡੋਲ ਵਾਲੀ ਅਵਸਥਾ ਵਿੱਚ ਚਲੇ ਜਾਂਦਾ ਹੈ। ਜਿਸ ਬੈਰਾਗ ਦੀ ਅਵਸਥਾ ਤੋਂ ਮਹਾਰਾਜ ਕਦੇ ਮਨ ਡਿੱਗੇ ਨਾ, ਕਿਰਪਾ ਕਰਕੇ ਉਹ ਉਪਦੇਸ਼ ਬਖਸ਼ੋ। ਹਜ਼ੂਰ ਦੀ ਸਾਰੀ ਬਾਣੀ ਬੈਰਾਗਮਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਐਸਾ ਬੈਰਾਗਮਈ ਉਪਦੇਸ਼ ਹੈ, ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬੈਰਾਗ ਦਾ ਜਨਮ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਹੋਇਆ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾ ਸ਼ਬਦ ਮਹਾਰਾਜ ਜੀ ਨੇ ਜੋ ਉਚਾਰਨ ਕੀਤਾ ਹੈ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਮ ਦੇ ਸਿਮਰਨ ਦੀ ਸਾਨੂੰ ਤਾਕੀਦ ਕੀਤੀ। ਜਿਹੜਾ ਤਰਤੀਬਰ ਬੈਰਾਗ ਪੈਦਾ ਹੋਣਾ ਨਾ, ਇਹ ਵਾਹਿਗੁਰੂ ਦੇ ਸਿਮਰਨ ਤੋਂ ਬਿਰਗੈਰ ਨਹੀਂ ਪ੍ਰਾਪਤ ਹੁੰਦਾ। ਹੋਰ ਸਾਧ ਸੰਗਤ ਜੀ ਬੈਰਾਗ ਜਿਹੜੇ ਆ ਉਹ ਫਿਰ ਥੋੜਾ ਚਿਰ ਰਹਿੰਦੇ ਆ ਤੇ ਚਲੇ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਦੇ ਅਭਿਆਸ ਨਾਲ ਸਿਮਰਨ ਕਰਨ ਦੇ ਨਾਲ ਬੈਰਾਗ ਉਤਪਨ ਹੁੰਦਾ ਹੈ, ਉਹ ਫਿਰ ਸਦੀਵੀ ਹੈ। ਤੋ ਹਜ਼ੂਰ ਇਹ ਬੈਰਾਗਮਈ ਸਤਿਗੁਰੂ ਜੀ ਨੇ 4 ਸ਼ਬਦ ਇੱਕ ਹੀ ਪ੍ਰਕਰਨ ਵਿੱਚ ਰੱਖ ਕੇ ਮਹਾਰਾਜ ਉਚਾਰਨ ਕੀਤੇ ਹੈ। ਤੇ ਉਹਨਾਂ ਦੀ ਬੇਨਤੀ ਸੁਣ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਅਗਲੇ ਸ਼ਬਦ ਅੰਦਰ ਹਜ਼ੂਰ ਫਰਮਾਉਂਦੇ ਹਨ, ਆਓ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਜੈ ਜਾਵੰਤੇ ਮਹਲਾ ਨਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਜਾਵੰਤੀ ਰਾਗ ਦੇ ਅੰਦਰ ਹਜ਼ੂਰ ਫਰਮਾਉਂਦੇ ਆ, ਜਿਨ੍ਹਾਂ ਦੀ ਬਾਬਤ ਗੁਰੂ ਕਲਗੀਧਰ ਜੀ ਨੇ ਕਿਹਾ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਤਾਏ, ਸਭ ਥਾਈਂ ਹੋਏ ਸਹਾਏ। ਦੀਨ ਦਿਆਲ ਸਤਿਗੁਰੂ ਜੀ ਜਿਹਦੇ ਨਾਲ ਸਾਨੂੰ ਬੈਰਾਗ ਪੈਦਾ ਹੋਵੇ, ਵਾਹਿਗੁਰੂ ਜੀ ਨਾਲ ਪ੍ਰੇਮ ਲੱਗ ਜਾਵੇ, ਇਹ ਮਨੁੱਖਾ ਜਨਮ ਸਫਲ ਹੋ ਜਾਵੇ। ਹਜ਼ੂਰ ਐਸਾ ਪਰਮ ਪਵਿੱਤਰ ਉਪਦੇਸ਼ ਦਿੰਦੇ ਆ, ਰਾਮ ਭਜ ਸਤਿਗੁਰੂ ਜੀ ਫਰਮਾਉਂਦੇ ਆ, ਜੋ ਰਮਿਆ ਹੋਇਆ ਰਾਮ ਹੈ, ਹਜ਼ੂਰ ਕਹਿੰਦੇ ਉਹਦਾ ਭਾਈ ਭਜਨ ਕਰੋ, ਵਾਹਿਗੁਰੂ ਦਾ ਨਾਮ ਜਪੋ। ਇਹ ਸਤਿਗੁਰੂ ਜੀ ਉੱਚੀ ਪੁਕਾਰ ਕੇ ਮਹਾਰਾਜ ਨੇ ਵੇਖੋ 2 ਵਾਰੀ ਇਹ ਸ਼ਬਦ ਆ ਰਿਹਾ ਹੈ। ਜਿਵੇਂ ਕਿਸੇ ਸੁੱਤੇ ਪਏ ਨੂੰ ਗਾਫਲਤਾਈ ਦੇ ਵਿੱਚੋਂ ਜਗਾਉਣਾ ਹੋਵੇ, ਇੱਕ ਵਾਰੀ ਆਵਾਜ਼ ਮਾਰਿਆ ਉਹ ਜਾਗਦਾ ਨਹੀਂ, ਫਿਰ ਉਹਨੂੰ ਦੂਸਰੀ ਵਾਰੀ ਆਵਾਜ਼ ਦਿੰਦੇ ਆ ਕਿ ਜਾਗ ਪਵੇ। ਇਸ ਤਰ੍ਹਾਂ ਜਿਹੜਾ ਸਾਡਾ ਮਨ ਹੈ, ਇਹ ਮਾਇਆ ਦੀ ਗਾਫਲਤਾਈ ਵਿੱਚ ਸੌਂ ਗਿਆ ਹੈ, ਮਾਇਆ ਦੇ ਮੋਹ ਵਿੱਚ ਸੌਂ ਗਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਮਨ ਨੂੰ ਪੁਕਾਰ ਕੇ ਉਪਦੇਸ਼ ਦੇ ਕੇ ਹਜ਼ੂਰ ਜਗਾਉਂਦੇ ਆ ਕਿ ਰਾਮ ਦਾ ਭਜਨ ਕਰ ਲੈ, ਵੇਖ ਲੈ ਇਹ ਸਮਾਂ ਤੈਨੂੰ ਵਾਹਿਗੁਰੂ ਨੇ ਭਜਨ ਕਰਨ ਲਈ ਬਖਸ਼ਿਸ਼ ਕੀਤਾ ਹੈ, ਮਨੁੱਖਾ ਜਨਮ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਕਰਕੇ ਉੱਠ ਪਾਓ ਤੂੰ ਇਸ ਗਾਫਲਤਾਈ ਦੀ ਨੀਂਦ ਚੋਂ, ਅਵਿਦਿਆ ਰੂਪੀ ਨੀਂਦ ਚੋਂ ਜਾਗ ਪੈ, ਵਾਹਿਗੁਰੂ ਦੇ ਭਜਨ ਨੂੰ ਕਰ ਲੈਣਾ ਕਰ। ਜਨਮ ਸਿਰਾਤ ਹੈ। ਜਦੋਂ ਕੋਈ ਸੁੱਤਾ ਪਿਆ ਹੁੰਦਾ ਹੈ ਨਾ, ਤੇ ਉਹਨੂੰ ਬਾਰ-ਬਾਰ ਕੋਈ ਉਠਾਵੇ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸੁੱਤੇ ਪਏ ਮਨ ਨੂੰ ਜਦੋਂ ਉਠਾਉਂਦੇ ਆ, ਫਿਰ ਕਹੇ ਮਹਾਰਾਜ ਕਾਹਲੀ ਇੰਨੀ ਕਿਉਂ ਹੈ? ਸਤਿਗੁਰੂ ਜੀ ਕਹਿੰਦੇ ਨੇ ਜਨਮ ਸਿਰਾਤ ਹੈ। ਤੇਰਾ ਜਿਹੜਾ ਜਨਮ ਹੈ ਨਾ, ਉਹ ਤਾਂ ਲੰਘਦਾ ਜਾ ਰਿਹਾ ਹੈ, ਜਿਵੇਂ ਨਦੀ ਦਾ ਵਹਿਣ ਵਹਿੰਦਾ ਹੀ ਜਾ ਰਿਹਾ ਹੈ, ਇਵੇਂ ਸਮੇਂ ਦੀ ਜਿਹੜੀ ਇਹ ਨਦੀ ਹੈ ਨਾ, ਇਹ ਚਾਲ ਚੱਲਦੀ ਜਾ ਰਹੀ ਹੈ। ਇਹ ਤਾਂ ਜਿਵੇਂ ਮਹਾਰਾਜ ਦਾ ਕੱਲ ਉਪਦੇਸ਼ ਆ ਰਿਹਾ ਸੀ ਕਿ ਮਹਾਰਾਜ ਕਹਿੰਦੇ ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ। ਜਿਵੇਂ ਕੱਲ ਦਾ ਸਮਾਂ ਮਹਾਰਾਜ ਕਹਿੰਦੇ ਕਾਲ ਨੇ ਖਾ ਲਿਆ, ਕਾਲ ਹੋ ਗਿਆ, ਉਹਦਾ ਅੰਤ ਹੋ ਗਿਆ, ਛਿਨ ਛਿਨ ਦੀ ਸੰਗਿਆ ਕਰਕੇ। ਇਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਜਿਹੜਾ ਜਨਮ ਹੈ ਨਾ, ਉਹ ਸ਼ਰਾਤ ਲੰਘਦਾ ਜਾ ਰਿਹਾ ਹੈ, ਬਤੀਤ ਹੁੰਦਾ ਜਾ ਰਿਹਾ ਹੈ। ਇਸ ਕਰਕੇ ਤਾਂ ਤੈਨੂੰ ਕਾਹਲੀ ਨਾਲ ਕਹਿੰਦੇ ਆ।
ਤਾਂ ਕਹਿੰਦੇ ਆ, ਕਿਉਂ ਕਹਿੰਦੇ ਆ ਕਿ ਕਦੋਂ ਭਜਨ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਤੱਕ ਤੇਰੇ ਸਰੀਰ ਦੇ ਵਿੱਚ ਜ਼ੋਰ ਹੈ ਨਾ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨਾ ਉਪਦੇਸ਼ ਦਿੰਦੇ ਆ ਕਿ ਜਦੋਂ ਤੱਕ ਤੇਰੀ ਕਾਇਆ ਨੂੰ ਕਾਲ ਨੇ ਨਹੀਂ ਖਾਦਾ, ਭਜਨ ਕਰ ਲੈ, ਕਿਉਂਕਿ ਤੇਰੀ ਉਮਰਾਂ ਤਾਂ ਲੰਘਦੀ ਜਾ ਰਹੀ ਹੈ, ਜਨਮ ਤਾਂ ਤੇਰੇ ਹੱਥੋਂ ਬਤੀਤ ਹੁੰਦਾ ਜਾ ਰਿਹਾ ਹੈ। ਕਿਹਾ ਨਾ ਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋ ਹੈ ਕਾ ਕਾ। ਦੱਸੋ ਕੌਣ ਕਿਸੇ ਦਾ ਫਿਰ ਬਣਦਾ ਹੈ। ਹਜੂਰ ਕਹਿੰਦੇ ਇਸ ਕਰਕੇ ਤੇਰਾ ਜਨਮ ਜਿਹੜਾ ਨਾ ਉਹ ਲੰਘਦਾ ਜਾ ਰਿਹਾ ਹੈ, ਬਤੀਤ ਹੁੰਦਾ ਜਾ ਰਿਹਾ ਹੈ। ਵਾਹਿਗੁਰੂ ਦੇ ਨਾਮ ਦਾ ਭਜਨ ਕਰ ਲੈ, ਜਾਗ ਪੈ, ਇਸ ਸੁੱਤੇ ਪਏ ਮਨ ਨੂੰ ਜਗਾ ਲੈਣਾ ਕਰ। ਕਹਾਂ ਕਹਾਂ ਬਾਰ ਬਾਰ, ਮਹਾਰਾਜ ਕਹਿੰਦੇ ਕੀ ਤੇਰੇ ਤਾਈਂ ਫਿਰ ਬਾਰ-ਬਾਰ ਅਸੀਂ ਹੁਣ ਇਹ ਕਹਿਣਾ ਕਰੀਏ। ਸਮਝਾਤ ਨਹਿ ਕਿਉਂ ਗਵਾਰ, ਇਹ ਗਵਾਰ ਬੇਸਮਝ ਮੂਰਖ, ਤੂੰ ਕਿਉਂ ਨਹੀਂ ਸਮਝ ਕਰਦਾ ਹੈ। ਸਾਧ ਸੰਗਤ ਜੀ ਗਵਾਰ ਚੰਡਾਲ ਨੂੰ ਵੀ ਕਹਿੰਦੇ। ਮਨ ਚੰਡਾਲ ਦਾ ਰੂਪ ਧਾਰਨ ਕਰ ਗਿਆ ਹੈ, ਐਸਾ ਢੀਠ ਹੁੰਦਾ ਜਾ ਰਿਹਾ ਹੈ। ਬੁਰੀ ਚੀਜ਼ ਦਾ ਬੜੀ ਛੇਤੀ ਅਸਰ ਹੁੰਦਾ ਹੈ, ਚੰਗੇ ਉਪਦੇਸ਼ ਨੂੰ ਸੁਣਦਾ ਹੀ ਨਹੀਂ, ਅਸਰ ਹੀ ਨਹੀਂ ਪੈਂਦਾ। ਜੇ ਸੁਣ ਵੀ ਲੈਂਦਾ ਹੈ ਤੇ ਮਨ ਦੇ ਉੱਤੇ ਠਹਿਰਾਉਂਦਾ ਹੀ ਨਹੀਂ। ਮਨ ਐਸਾ ਕਿ ਜਿਵੇਂ ਪਾਰਾ ਉਂਗਲ ਦੇ ਥੱਲੇ ਨਹੀਂ ਠਹਿਰਦਾ ਨਾ, ਇਵੇਂ ਇਹ ਮਨ ਮਹਾਰਾਜ ਜੀ ਦੇ ਉਪਦੇਸ਼ ਦੇ ਥੱਲੇ ਠਹਿਰਦਾ ਹੀ ਨਹੀਂ। ਕੰਨਾਂ ਨਾਲ ਸੁਣਦਾ ਵੀ ਹੈ ਪਰ ਗਾਫਲਤਾਈ ਦੇ ਨਾਲ ਉਹਦੇ ਵੱਲ ਧਿਆਨ ਨਹੀਂ ਦਿੰਦਾ, ਮਨ ਦੇ ਅੰਦਰ ਉਹ ਚੀਜ਼ ਅਸਰ ਹੀ ਨਹੀਂ ਕਰਦੀ ਪਈ। ਇਸ ਤਰ੍ਹਾਂ ਐਸਾ ਸਤਿਗੁਰੂ ਜੀ ਦਾ ਇਹ ਪਵਿੱਤਰ ਉਪਦੇਸ਼ ਕਿ ਸਾਧ ਸੰਗਤ ਜੀ ਜਦੋਂ ਪ੍ਰੀਤ ਲਾਵੇ ਤੇ ਸੁੱਤਾ ਪਿਆ ਮਨ ਫਿਰ ਜਾਗਦਾ ਹੈ ਕਿ ਅਸੀਂ ਕਿਹੜੇ ਕਰਮਾਂ ਵਿੱਚ ਲੱਗੇ ਹੋਏ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦਿੰਦੇ ਆ। ਮਨ ਨੇ ਜੋ ਕੁਝ ਬਣਾਵਟ ਬਣਾਈ ਹੋਈ ਹੈ ਉਹ ਮਹਾਰਾਜ ਸਾਨੂੰ ਸਾਡੇ ਮਨ ਦੀ ਸ਼ਕਲ ਦਿਖਾਉਂਦੇ ਆ ਕਿ ਕਿੱਥੇ ਲਾਇਆ ਹੋਇਆ ਤੈਂ। ਇਹ ਮਹਾਰਾਜ ਫਰਮਾਉਂਦੇ ਆ, ਫਿਰ ਪੜ੍ਹਦੇ ਹੋ। ਸਮਝਤ ਨਹਿ ਕਿਉਂ ਗਵਾਰ, ਗਵਾਰ ਸਾਧ ਸੰਗਤ ਜੀ ਗਵਾਲੇ ਨੂੰ ਵੀ ਕਹਿੰਦੇ ਆ। ਮਹਾਰਾਜ ਕਹਿੰਦੇ ਤੂੰ ਇੰਦਰੀਆਂ ਰੂਪੀ ਗਊਆਂ ਨੂੰ ਵਿਸ਼ਿਆਂ ਵਿਕਾਰਾਂ ਰੂਪੀ ਘਾਹ ਚਰਾਉਣ ਵਾਲਾ ਗਵਾਲਾ ਬਣ ਰਿਹਾ ਹੈ, ਸਮਝ ਨਹੀਂ ਰਿਹਾ। ਬਾਰ-ਬਾਰ ਇਹਨਾਂ ਇੰਦਰੀਆਂ ਨੂੰ ਵਿਸ਼ਿਆਂ ਦਾ ਘਾਹ ਹੀ ਚਰਾਈ ਜਾਂਦਾ ਹੈ। ਵਾਹਿਗੁਰੂ ਦਾ ਨਾਮ ਇੰਦਰੀਆਂ ਕਰਕੇ ਨਹੀਂ ਤਾਂ ਸਿਮਰਦਾ, ਕਿਉਂ ਨਹੀਂ ਚੇਤੇ ਕਰਦਾ। ਇਹ ਮੂਰਖ ਗਵਾਰ ਬੇਸਮਝ, ਤੂੰ ਸਮਝ ਨਹੀਂ ਕਰਦਾ ਹੈ। ਦਿਨ ਸਤ ਨਹਿ ਲਗੈ ਬਾਰ, ਜਿਹੜਾ ਇਹ ਤੇਰਾ ਸਰੀਰ ਹੈ ਇਹਨੂੰ ਬਿਨਸਦਿਆਂ ਨਾਸ ਹੁੰਦਿਆਂ ਮਹਾਰਾਜ ਕਹਿੰਦੇ ਦੇਰੀ ਨਹੀਂ ਲੱਗੇਗੀ। ਓਰੇ ਸਮ ਗਾਤ ਹੈ, ਮਹਾਰਾਜ ਕਿਸ ਤਰ੍ਹਾਂ ਨਾਸ ਹੋ ਜਾਏਗਾ। ਸਤਿਗੁਰੂ ਕਹਿੰਦੇ ਓਰੇ ਸਮ ਗਾਤ ਹੈ। ਜਿਵੇਂ ਓਰਾ ਗੜਾ ਨਹੀਂ ਸਾਧ ਸੰਗਤ ਜੀ ਬੱਦਲ ਵਿੱਚੋਂ ਪੈਂਦਾ ਹੈ, ਬਰਫ਼ ਦੇ ਨਿੱਕੇ ਨਿੱਕੇ ਗੜੇ ਪੈਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੇਰਾ ਜਿਹੜਾ ਗਾਤ ਸਰੀਰ ਹੈ ਨਾ, ਜਿਵੇਂ ਗੜਾ ਪੈਂਦਾ ਬਰਫ਼ ਦਾ ਤੇ ਫਿਰ ਉਹ ਸਾਧ ਸੰਗਤ ਜੀ ਪਿਘਲ ਜਾਂਦਾ। ਕਿੰਨੀ ਕੁ ਉਹਦੀ ਆਜੂ ਹੁੰਦੀ ਹੈ, ਜਿਵੇਂ ਜਿਵੇਂ ਗਰਮੈਸ਼ ਹੁੰਦੀ ਹੈ ਤਿਵੇਂ ਤਿਵੇਂ ਉਹ ਸਾਰਾ ਮੈਲਟ ਹੋ ਜਾਂਦਾ, ਉਹਦਾ ਵਜੂਦ ਹੀ ਖਤਮ ਹੋ ਜਾਂਦਾ ਹੈ, ਰਹਿੰਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਤੇਰਾ ਜਿਹੜਾ ਸਰੀਰ ਹੈ ਨਾ, ਇਹ ਜਿਵੇਂ ਬੱਦਲ ਦੇ ਵਿੱਚੋਂ ਓਰਾ ਗੜਾ ਡਿੱਗਿਆ ਹੈ, ਮਾਤਾ ਦੇ ਗਰਭ ਰੂਪੀ ਬੱਦਲ ਵਿੱਚੋਂ ਤੇਰਾ ਇਹ ਸਰੀਰ ਰੂਪੀ ਜਿਹੜਾ ਨਾ, ਇਹ ਤੇਰਾ ਸਰੀਰ ਗੜੇ ਦੀ ਨਿਆਈ ਡਿੱਗਿਆ ਹੋਇਆ ਹੈ ਇਸ ਧਰਤੀ ਦੇ ਉੱਤੇ। ਤੇ ਵੇਖ ਲੈ ਹਵਾ ਦੇ ਲੱਗਣ ਦੇ ਨਾਲ ਜਿਵੇਂ ਜਿਵੇਂ ਓਰਾ ਉਹ ਗੜਾ ਸਮਾਪਤੀ ਹੋ ਜਾਂਦਾ, ਉਹਦਾ ਵਜੂਦ ਖਤਮ ਹੀ ਹੋ ਜਾਂਦਾ ਹੈ। ਇਵੇਂ ਜਿਹੜਾ ਤੇਰੇ ਸਰੀਰ ਦਾ ਵਜੂਦ ਬਣਿਆ ਹੋਇਆ ਹੈ, ਬੜਾ ਇਹਦੇ ਤੇ ਤੂੰ ਮਾਣ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਉਸ ਓਰੇ ਗੜੇ ਦੀ ਤਰ੍ਹਾਂ ਇਹਨੇ ਪਿਘਲ ਜਾਣਾ, ਨਾਸ਼ ਹੋ ਜਾਣਾ, ਫਿਰ ਪਤਾ ਹੀ ਨਹੀਂ ਰਹਿਣਾ ਜਿਹੜਾ ਵਜੂਦ ਸੀ ਉਹ ਕਿੱਧਰ ਚਲੇ ਗਿਆ। ਬਾਬਾ ਬੋਲਤੇ ਤੇ ਕਹਾਂ ਗਏ, ਕਿੱਥੇ ਚਲੇ ਗਏ ਪਤਾ ਹੀ ਨਹੀਂ ਲੱਗਦਾ। ਇਉਂ ਮਹਾਰਾਜ ਕਹਿੰਦੇ ਭਾਈ ਗੜੇ ਦੀ ਤਰ੍ਹਾਂ ਇਹ ਸਰੀਰ ਨਾਸ਼ ਹੋ ਜਾਣ ਵਾਲਾ ਹੈ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਸਗਲ ਭਰਮ ਡਾਰ ਦੇਹ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਾਰੇ ਜਿਹੜੇ ਭਰਮ ਪਏ ਨਾ ਤੇਰੇ ਮਨ ਦੇ ਅੰਦਰ, ਉਹ ਸਾਰੇ ਭਰਮ ਜਿਹੜੇ ਉਹ ਛੱਡ ਦੇ, ਆਪਣੇ ਭਰਮ ਮਨ ਤੋਂ ਲਾ ਦੇ। ਗੋਬਿੰਦ ਕੋ ਨਾਮ ਲੇਹ। ਮਹਾਰਾਜ ਭਰਮ ਤਾਂ ਮੇਰੇ ਅੰਦਰੋਂ ਜਾਂਦੇ ਨਹੀਂ। ਜਦੋਂ ਵਿਦਿਆ ਦੇ ਪੜ੍ਹਨ ਨਾਲ ਕੀ ਹੁੰਦਾ ਹੈ, ਪਤਾ ਲੱਗਦਾ ਹੈ ਕਿ ਭਰਮ ਪਿਆ ਹੋਇਆ ਹੈ, ਪਰ ਭਰਮ ਵਿਦਿਆ ਦੇ ਪੜ੍ਹਨ ਨਾਲ ਤਾਂ ਨਹੀਂ ਕੇਵਲ ਜਾਂਦਾ। ਸੱਚੇ ਪਾਤਸ਼ਾਹ ਜੀ ਉਗਤੀਆਂ ਜੁਗਤੀਆਂ ਤਾਂ ਬੜੀਆਂ ਲਾ ਲਈਆਂ, ਵਿਦਿਆ ਵੀ ਪੜ੍ਹ ਲਈ ਮਹਾਰਾਜ, ਜਿਸ ਕਰਕੇ ਪਤਾ ਲੱਗ ਗਿਆ ਕਿ ਭਰਮ ਪਿਆ ਹੋਇਆ ਹੈ। ਮਹਾਰਾਜ ਜੀ ਨੇ ਵੀ ਉਪਦੇਸ਼ ਦਿੱਤਾ ਹੈ ਕਿ ਸਗਲ ਭਰਮ ਡਾਰ ਦੇ, ਜਿਹੜੇ ਤੇਰੇ ਅੰਦਰ ਭਰਮ ਪਏ ਉਹ ਡਾਰ ਦੇ ਭਾਵ ਸੁੱਟ ਦੇ, ਸਾਰੇ ਪਾਸੇ ਕਰਦੇ ਆਪਣੇ ਮਨ ਦੇ ਅੰਦਰ ਪਏ ਹੋਏ ਭਰਮ। ਮਹਾਰਾਜ ਭਰਮ ਨਾਸ਼ ਨਹੀਂ ਹੁੰਦਾ। ਫਿਰ ਹਜ਼ੂਰ ਕਹਿੰਦੇ ਗੋਬਿੰਦ ਕੋ ਨਾਮ ਲੈ, ਤੂੰ ਪ੍ਰਿਥਵੀ ਦੇ ਪਾਲਕ ਦਾ ਨਾਮ ਉਚਾਰ ਫਿਰ ਆਪਣੀ ਰਸਨਾ ਤੋਂ। ਜਦੋਂ ਨਾਮ ਲਵੇਂਗਾ ਉਦੋਂ ਫਿਰ ਤੇਰਾ ਭਰਮ ਨਾਸ਼ ਹੋਊਗਾ। ਜਿਵੇਂ ਜਿਵੇਂ ਨਾਮ ਜਪੀਦਾ
ਤਿਵੇਂ ਤਿਵੇਂ ਭਰਮ ਦੇ ਛੌੜ ਫਿਰ ਕੱਟੇ ਜਾਂਦੇ ਆ। ਮਹਾਰਾਜ ਕਹਿੰਦੇ ਭਰਮ ਦੇ ਨਾਸ਼ ਕਰਨ ਦੀ ਵਿਧੀ ਇਹ ਹੀ ਹੈ ਕਿ ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ ਨਾ ਵਾਹਿਗੁਰੂ, ਜੋ ਇਸ ਪ੍ਰਿਥਵੀ ਦਾ ਮਾਲਕ ਹੈ ਵਾਹਿਗੁਰੂ, ਪਾਲਣਹਾਰ ਹੈ, ਸਤਿਗੁਰੂ ਜੀ ਕਹਿੰਦੇ ਉਹਦੇ ਨਾਮ ਨੂੰ ਆਪਣੇ ਮੁਖ ਤੋਂ ਲੈ, ਫਿਰ ਤੇਰੇ ਮਨ ਦੇ ਅੰਦਰ ਪਏ ਹੋਏ ਭਰਮ ਸਾਰੇ ਜਿਹੜੇ ਆ ਉਹ ਨਾਸ਼ ਹੋ ਜਾਣਗੇ। ਸਗਲੇ ਛੋੜ ਵਿਚਾਰ ਮਨ ਰੱਖਣਹਾਰ ਸਮਾਰ ਜਨ। ਸਤਿਗੁਰੂ ਜੀ ਕਹਿੰਦੇ ਸਾਰੇ ਹੋਰ ਵਿਚਾਰ ਛੱਡ ਦੇ, ਜਿਹੜਾ ਰੱਖਣਹਾਰ ਪਰਮੇਸ਼ਰ ਹੈ ਉਹਦੇ ਨਾਮ ਨੂੰ ਜਪ, ਫਿਰ ਤੇਰਾ ਭਰਮ ਨਾਸ਼ ਹੋ ਜਾਵੇਗਾ। ਅੰਤ ਬਾਰ ਸੰਗ ਤੇਰੇ। ਅੰਤ ਦੇ ਵੇਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਨਾਲ ਜਦੋਂ ਅੰਤ ਦਾ ਵੇਲਾ ਆਇਆ, ਮੌਤ ਦੀ ਘੜੀ ਆਈ, ਜਦੋਂ ਇਸ ਨਾਸ਼ਵੰਤ ਸਰੀਰ ਨੂੰ, ਸੰਸਾਰ ਨੂੰ ਛੱਡੇਗਾ, ਅੰਤ ਦਾ ਵੇਲਾ ਜਦੋਂ ਮਹਾਰਾਜ ਕਹਿੰਦੇ ਆਇਆ, ਤੁਰਨ ਲੱਗੇਗਾ ਪ੍ਰਲੋਕ ਨੂੰ। ਇਹ ਇੱਕ ਜਾਤ ਹੈ। ਇਹੋ ਹੀ ਇੱਕ ਜਾਵੇਗਾ ਕਿ ਜਿਹੜਾ ਤੂੰ ਗੋਬਿੰਦ ਦਾ ਨਾਮ ਲਿਆ ਹੋਵੇਗਾ, ਆਪਣੇ ਮੁਖ ਤੋਂ ਜਿਹੜਾ ਜਪਿਆ ਹੋਵੇਗਾ ਨਾ, ਉਹ ਅੰਤ ਦੇ ਸਮੇਂ ਮਹਾਰਾਜ ਕਹਿੰਦੇ ਤੇਰੇ ਨਾਲ ਚੱਲੇਗਾ। ਨਹੀਂ ਤੇ ਸਰੀਰ ਵੀ ਤੇਰਾ ਇੱਥੇ ਹੀ ਡਿੱਗ ਜਾਣਾ ਹੈ, ਸਰੀਰ ਵੀ ਜਿਹਨੂੰ ਤੂੰ ਆਪਣਾ ਸਮਝਿਆ ਇਹ ਤਾਂ ਨਾਲ ਨਿਭਣਾ ਨਹੀਂ। ਅੰਤ ਦੇ ਵੇਲੇ ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਹੈ ਤਾਂ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਹੈ, ਤੇਰੇ ਅੰਤ ਵੇਲੇ ਨਾਲ ਚੱਲੇਗਾ। ਵੇਖਿਆ ਵੇਖ ਜਿਉ ਵਿਸਾਰ। ਜਿਹੜੀ ਸਾਧ ਸੰਗਤ ਜੀ ਵਿਖਿਆ ਜ਼ਹਿਰ ਹੁੰਦੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਹ ਵਿਕਾਰ ਹੈ ਨਾ, ਵਿਸ਼ੇ, ਇਹਨਾਂ ਨੂੰ ਜ਼ਹਿਰ ਦੀ ਨਿਆਈ ਜਾਣ ਕੇ ਵਿਸਾਰ ਦੇ ਦੂਰ ਕਰਦੇ। ਜਿਵੇਂ ਕੋਈ ਵਿਉ ਖਾ ਲੇ, ਜ਼ਹਿਰ ਖਾ ਲੇ ਤੇ ਕੀ ਹੁੰਦਾ ਹੈ, ਮਰ ਜਾਂਦਾ ਹੈ। ਹਜ਼ੂਰ ਕਹਿੰਦੇ ਵਿਸ਼ਿਆਂ ਦੇ ਫੁਰਨੇ ਜਿਹੜੇ ਤੇਰੇ ਅੰਦਰ ਆਉਂਦੇ ਆ ਨਾ, ਇਹਨਾਂ ਨੂੰ ਜ਼ਹਿਰ ਦੀ ਨਿਆਈ ਜਾਣ ਕਰਕੇ ਤਿਆਗ ਦੇ, ਕਿਉਂਕਿ ਇਹਨਾਂ ਵਿਸ਼ਿਆਂ ਨੂੰ ਸਾਧ ਸੰਗਤ ਜੀ ਜ਼ਹਿਰ ਰੂਪੀ ਵਿਸ਼ੇ ਖਾਣਾ ਕੀ ਹੁੰਦਾ ਹੈ, ਮਨ ਕਰਕੇ ਇਹਨਾਂ ਦੇ ਸੰਕਲਪ ਆਉਣੇ ਤੇ ਮਨ ਦੇ ਵਿੱਚ ਇਹਨਾਂ ਦੇ ਫੁਰਨੇ ਚੱਲਦੇ ਰਹਿਣੇ। ਇਹ ਜਿਹੜਾ ਹੈ ਰਸ ਚੱਖਣਾ ਹੈ ਵਿਸ਼ਿਆਂ ਦਾ, ਤੇ ਮਹਾਰਾਜ ਕਹਿੰਦੇ ਤੂੰ ਇਹਨੂੰ ਰਸਦਾਇਕ ਜਾਣ ਕਰਕੇ ਚੱਖਦਾ ਹੈ। ਮਨ ਜਿਹੜਾ ਹੈ ਗੁਰਮੁਖ ਬਣ ਕਰਕੇ ਇਹਨੂੰ ਹੋੜੀਦਾ ਹੈ, ਪਰ ਜਦੋਂ ਸੰਗਤ ਤੋਂ ਹੋ ਹਟੇ, ਫਿਰ ਨਿਤਨੇਮ ਘਟੇ, ਮਨ ਫਿਰ ਉਹਦੇ ਵਿੱਚ ਜਾ ਕਰਕੇ ਫੁਰਨਿਆਂ ਵਿੱਚ ਲੱਗਦਾ ਹੈ। ਫੁਰਨੇ ਫਿਰ ਜਿਹੜੇ ਆ ਉਹ ਵਕਾਰਾਂ ਵਾਲੇ ਫੁਰਦੇ ਆ, ਮਨ ਫਿਰ ਚਲਾਇਮਾਨ ਹੁੰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਹ ਮਨ ਨੂੰ ਭੁਲੇਖਾ ਪਿਆ ਹੋਇਆ ਹੈ ਕਿ ਇਹ ਰਸਦਾਇਕ ਹੈ, ਇਹ ਸਵਾਦੀ ਹੈ, ਪਰ ਮਹਾਰਾਜ ਕਹਿੰਦੇ ਨਹੀਂ, ਇਹ ਜ਼ਹਿਰ ਦੀ ਤਰ੍ਹਾਂ ਜ਼ਹਿਰੀਲੇ ਹੈ। ਜਿਵੇਂ ਸਾਧ ਸੰਗਤ ਜੀ ਬਾਹਰੋਂ ਕੋਈ ਚੀਜ਼ ਖੰਡ ਨਾਲ ਲਬੇੜੀ ਹੋਵੇ ਤੇ ਵਿੱਚ ਉਹਦੇ ਹੋਵੇ ਜ਼ਹਿਰ। ਬਾਬਾ ਫਰੀਦ ਸਾਹਿਬ ਜੀ ਮਹਾਰਾਜ ਦੇ ਕੋਲ ਨਾ ਇੱਕ ਰਾਜਾ ਆਇਆ, ਉਹਨੇ ਕੋਈ ਮੰਨਤ ਮੰਨੀ ਸੀ, ਪੂਰੀ ਹੋ ਗਈ, ਤੇ ਉਹਨੇ ਇੱਛਾ ਕੀਤੀ ਸੀ ਤੇ ਬਾਬਾ ਜੀ ਨੂੰ, ਬਾਬਾ ਫਰੀਦ ਸਾਹਿਬ ਜੀ ਨੂੰ ਸੁੰਦਰ ਇਸਤਰੀਆਂ ਲਿਆਇਆ ਸ਼ਿੰਗਾਰ ਕੇ, ਬੜਾ ਗੋਰਾ ਚਿੱਟਾ ਰੰਗ ਹੈ, ਬੜਾ ਸ਼ਿੰਗਾਰ ਕੀਤਾ ਹੈ, ਤੇ ਕਹਿਣ ਲੱਗਾ ਸਾਈਂ ਜੀ ਮੈਂ ਮੰਨਤ ਮੰਨੀ ਸੀ, ਪੂਰੀ ਹੋਈ ਹੈ, ਤੇ ਮੈਂ ਇਸਤਰੀਆਂ ਤੁਹਾਡੇ ਭੇਟ ਕਰਨ ਲਈ ਲਿਆਇਆ ਹਾਂ। ਜਦੋਂ ਬਾਬਾ ਫਰੀਦ ਸਾਹਿਬ ਨੇ ਉਹਨਾਂ ਦੇ ਵੱਲ ਵੇਖਿਆ ਤੇ ਫਿਰ ਬਾਬਾ ਫਰੀਦ ਸਾਹਿਬ ਜਿਨ੍ਹਾਂ ਦਾ ਧਰਤੀ ਪਰ ਬਰਾਗ ਹੈ, ਕਹਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਤਾਂ ਸਾਨੂੰ ਜ਼ਹਿਰ ਦੀਆਂ ਗੰਦਲਾਂ ਲੱਗ ਰਹੀਆਂ ਹਨ। ਤੇ ਮਹਾਰਾਜ ਉਹ ਕਿਵੇਂ? ਕਹਿੰਦੇ ਬਾਹਰੋਂ ਜਿਹੜਾ ਇਹਨਾਂ ਦਾ ਰੰਗ ਰੂਪ ਹੈ ਨਾ, ਉਹ ਪ੍ਰਤੀਤ ਹੋ ਰਿਹਾ ਜਿਵੇਂ ਜ਼ਹਿਰ ਦੀਆਂ ਗੰਦਲਾਂ ਤੇ ਉਤੋਂ ਖੰਡ ਨਾਲ ਲਬੇੜ ਕੇ ਰੱਖੀਆਂ ਹੋਣ। ਕਹਿੰਦੇ ਨੇ ਇੱਕ ਤਾਂ ਇਹਨਾਂ ਨੂੰ ਭੋਗਦੇ ਹੋਏ ਇੱਥੇ ਹੀ ਰਹਿ ਗਏ, ਖਤਮ ਹੋ ਗਏ, ਤੇ ਇੱਕ ਆਪਣਾ ਸਾਰਾ ਕੁਝ ਜਦੋਂ ਅੰਤ ਦਾ ਸਮਾਂ ਆਇਆ ਉਜਾੜ ਕੇ ਪ੍ਰਲੋਕ ਨੂੰ ਤੁਰ ਪਏ, ਨਰਕਾਂ ਨੂੰ ਸਜ਼ਾ ਭੋਗਣ ਵਾਸਤੇ। ਪੱਲੇ ਤਾਂ ਕਹਿੰਦੇ ਬਾਈ ਕੱਖ ਨਹੀਂ ਰਹਿੰਦਾ, ਆਤਮਕ ਮੌਤ ਹੋ ਜਾਂਦੀ ਹੈ। ਇਸ ਕਰਕੇ ਵਿਖਿਆ ਵਿਖ ਜਿਉਂ ਵਿਸਾਰ। ਮਹਾਰਾਜ ਕਹਿੰਦੇ ਵਿਸ਼ਿਆਂ ਨੂੰ ਜ਼ਹਿਰ ਦੀ ਤਰ੍ਹਾਂ ਜ਼ਹਿਰੀਲੇ ਜਾਣ ਕਰਕੇ ਵਿਸਾਰ ਦੇ ਛੱਡ ਦੇ। ਜਿਵੇਂ ਜ਼ਹਿਰ ਖਾਦਿਆਂ ਮੌਤ ਹੁੰਦੀ ਹੈ, ਇਵੇਂ ਇਹ ਵਿਸ਼ਿਆਂ ਦੇ ਭੋਗਾਂ ਨੂੰ ਭੋਗਣ ਕਰਕੇ, ਫੁਰਨੇ ਮਨ ਵਿੱਚ ਆਉਣੇ ਕਰਕੇ ਮਹਾਰਾਜ ਕਹਿੰਦੇ ਆਤਮਕ ਮੌਤ ਹੋ ਜਾਂਦੀ ਆ। ਪ੍ਰਭ ਕਾ ਜਸ ਹੀ ਧਾਰ। ਮਹਾਰਾਜ ਮੇਥੋਂ ਵਿਸ਼ੇ ਛੁੱਟਦੇ ਨਹੀਂ ਸੱਚੇ ਪਾਤਸ਼ਾਹ। ਇਹ ਤਾਂ ਫੁਰਨੇ ਬਾਰ-ਬਾਰ ਆਉਂਦੇ ਆ। ਜਿਹੜੇ ਗੁਰਸਿੱਖ ਹੁੰਦੇ ਆ ਉਪਦੇਸ਼ ਸੁਣ ਕੇ ਸਰੀਰ ਕਰਕੇ ਪਰਪੱਕ ਰਹਿੰਦੇ ਆ, ਸਰੀਰ ਕਰਕੇ ਉਹਨਾਂ ਥਾਵਾਂ ਤੇ ਨਹੀਂ ਜਾਂਦੇ, ਤੇ ਉਥੋਂ ਗੁਰੇਜ਼ ਕਰਦੇ ਆ, ਬਚਾਅ ਕਰਦੇ ਆ। ਤੇ ਮਨ ਦੇ ਫੁਰਨੇ ਰੋਕਣੇ ਸਾਧ ਸੰਗਤ ਜੀ ਆਪਣੇ ਵੱਸ ਨਹੀਂ ਹੈਗੇ। ਮਨ ਦੇ ਫੁਰਨੇ ਮਹਾਰਾਜ ਦੇ ਅੱਗੇ ਜਦੋਂ ਬੇਨਤੀ ਕਰੀਏ ਕਿ ਮਹਾਰਾਜ ਇਹ ਤਾਂ ਤੁਸੀਂ ਕਿਹਾ ਜਦੋਂ ਕਿ ਇਹ ਜ਼ਹਿਰ ਦੀ ਨਿਆਈ ਹੈ, ਤੇ ਮਹਾਰਾਜ ਮੇਰੇ ਮਨ ਤੇ ਤਾਂ ਵਿਕਾਰ ਦੇ ਫੁਰਨੇ ਹੀ ਫੁਰਦੇ ਰਹਿੰਦੇ ਸੱਚੇ ਪਾਤਸ਼ਾਹ, ਮੈਂ ਤਾਂ ਜ਼ਹਿਰ ਹੀ ਖਾ ਰਿਹਾ, ਸਤਿਗੁਰੂ ਕਿਰਪਾ ਕਰਕੇ ਮੈਨੂੰ ਦੱਸੋ। ਤੇ ਹਜ਼ੂਰ ਫਰਮਾਉਂਦੇ ਫਿਰ ਪੜ੍ਹਦੇ ਹੋ ਪ੍ਰਭ ਕਾ ਜਸ ਹੀ ਧਾਰ। ਮਹਾਰਾਜ ਕਹਿੰਦੇ ਪ੍ਰਭੂ ਦਾ ਜਸ ਜੋ ਸੁੱਧ ਭੂਮਾ ਰੂਪੀ ਬ੍ਰਹਮ ਹੈ ਨਾ, ਉਹਦਾ ਜਸ ਸਤਿਗੁਰੂ ਜੀ ਕਹਿੰਦੇ ਆਪਣੇ ਹਿਰਦੇ 'ਚ ਧਾਰਨ ਕਰ। ਮਹਾਰਾਜ ਜੀ ਦਾ ਜਸ ਜਿਹੜਾ ਨਾ, ਉਹਦੇ ਨਾਲ ਸਾਧ ਸੰਗਤ ਜੀ ਵਕਾਰ ਜਿਹੜੇ ਆ ਉਹ ਫੁਰਨੇ ਮਰ ਜਾਂਦੇ ਅੰਦਰੋਂ। ਜਦੋਂ ਹਜ਼ੂਰ ਦਾ ਬਹੁਤ ਜਸ ਕਰੀਏ, ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਸੰਗਤ ਕਰੀਏ, ਫਿਰ ਸੇਵਾ ਕਰੀਏ, ਇਹਦੇ ਨਾਲ ਸਾਧ ਸੰਗਤ ਜੀ ਅੰਦਰੋਂ ਵਕਾਰਾਂ ਦੇ ਜਿਹੜੇ ਫੁਰਨੇ ਆ ਉਹ ਨਾਸ਼ ਹੁੰਦੇ ਆ। ਹੌਲੀ ਹੌਲੀ ਮਨ ਜਿਹੜਾ ਨਾ ਉਹ ਸਤਿਗੁਰੂ ਜੀ ਦੇ ਜਸ ਨੂੰ ਸੁਣ ਸੁਣ ਕੇ ਢਲਣ ਲੱਗ ਪੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਅੰਦਰੋਂ ਵਕਾਰਾਂ ਦੇ ਫੁਰਨੇ ਮਾਰਨੇ ਆ ਤੇ ਫਿਰ ਪ੍ਰਭ ਕੋ ਜਸ ਹੀ ਧਾਰ।
ਪ੍ਰਭੂ ਦੇ ਵਾਹਿਗੁਰੂ ਦੇ ਜਸ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ, ਧਾਰਨ ਕਰ ਲੈ। ਨਾਨਕ ਜਨ ਕਹੈ ਪੁਕਾਰ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਅਸੀਂ ਤੇਰੇ ਤਾਈਂ ਪੁਕਾਰ ਕਰਕੇ ਉੱਚੀ ਬੁਲੰਦ ਆਵਾਜ਼ ਵਿੱਚ ਕਹਿੰਦੇ ਆ। ਸਤਿਗੁਰੂ ਗਰੀਬ ਨਵਾਜ ਕਹਿੰਦੇ ਭਾਈ ਜਨ ਦਾਸ ਬਣ ਕਰਕੇ ਇਸ ਉਪਦੇਸ਼ ਨੂੰ ਸੁਣ। ਗਰੀਬ ਨਵਾਜ ਕਹਿੰਦੇ ਅਸੀਂ ਵੀ ਦਾਸਾ ਭਾਵ ਧਾਰ ਕੇ ਤੈਨੂੰ ਭਾਈ ਉਪਦੇਸ਼ ਦਿੰਨੇ ਆ। ਸਤਿਗੁਰੂ ਨਿਮਰਤਾ ਪੂਰਵਕ ਕਹਿੰਦੇ ਹਨ ਅਵਸਰ ਬਿਹਾਤ ਹੈ। ਕਿਉਂਕਿ ਅਵਸਰ ਜਿਹੜਾ ਤੈਨੂੰ ਮੌਕਾ ਮਿਲਿਆ ਹੋਇਆ ਨਾ, ਮਨੁੱਖਾ ਜਨਮ, ਇਹ ਬਿਹਾਤ ਹੈ, ਇਹ ਵਹਿੰਦਾ ਜਾ ਰਿਹਾ ਹੈ, ਇਹ ਤੇਰੇ ਕੋਲੋਂ ਲੰਘਦਾ ਜਾ ਰਿਹਾ ਹੈ। ਤੇ ਜਦੋਂ ਆਮ ਹੀ ਉਹ ਕਹਾਵਤ ਹੈ ਨਾ, ਕਹਿੰਦੇ ਤੇ ਤਾਂ ਪਛਤਾਏ ਕਿਆ ਹੋਤ ਜਦ ਚਿੜੀਆ ਚੁਗ ਗਈ ਖੇਤ। ਇਹ ਸਾਧ ਸੰਗਤ ਜੀ ਮੌਕਾ ਮਨੁੱਖਾ ਜਨਮ ਮਹਾਰਾਜ ਦਿੱਤਾ ਹੋਇਆ ਹੈ ਤੇ ਸੌਂ ਕੇ ਲੰਘਾ ਦਿੱਤੇ ਸਵਾਸ, ਖਾ ਪੀ ਕੇ ਲੰਘਾ ਦਿੱਤੇ ਹਾਸਾ ਠੱਠਾ ਕਰਕੇ, ਮਖੌਲ ਟਿਚਰਾਂ ਫਿਲਮਾਂ ਸਿਨੇਮੇ ਵੇਖਣ ਵਿੱਚ, ਰਿਸ਼ਤੇਦਾਰਾਂ ਨਾਲ ਮਿਲਣ ਗਿਲਣ ਵਿੱਚ, ਇਹ ਸਾਰੇ ਹੀ ਸਵਾਸ ਜਿਹੜੇ ਉਹ ਤਾਂ ਲੰਘਦੇ ਜਾ ਰਹੇ, ਬਤੀਤ ਹੁੰਦੇ ਜਾ ਰਹੇ ਆ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੈਨੂੰ ਅਵਸਰ ਮੌਕਾ ਦਿੱਤਾ ਹੋਇਆ ਨਾ, ਕਿਉਂਕਿ ਮਹਾਰਾਜ ਕਹਿੰਦੇ ਆ ਕਿ ਮੌਕਾ ਜੀਵ ਆਪ ਕਹਿ ਕਹਿ ਕੇ ਪ੍ਰਾਪਤ ਕਰਦਾ ਹੈ। ਜਦੋਂ ਮਨੁੱਖਾ ਜਨਮ ਨਹੀਂ ਨਾ ਹੁੰਦਾ ਉਦੋਂ ਮਨੁੱਖਾ ਜਨਮ ਮੰਗਦਾ ਹੈ। ਇਹ ਸੁਭਾਅ ਹੈ ਜੀਵ ਦਾ। ਜਦੋਂ ਕੋਈ ਚੀਜ਼ ਪ੍ਰਾਪਤ ਹੋ ਜਾਂਦੀ ਉਦੋਂ ਉਹਦੀ ਅਹਿਮੀਅਤ ਹੀ ਨਹੀਂ ਜਾਣਦਾ, ਉਹਦੀ ਕਦਰ ਹੀ ਨਹੀਂ ਪਤਾ ਹੁੰਦੀ। ਜਿਵੇਂ ਜਿਨ੍ਹਾਂ ਕੋਲ ਸਾਧ ਸੰਗਤ ਜੀ ਅੱਖਾਂ ਨਹੀਂ ਹੁੰਦੀਆਂ ਨਾ, ਉਹਨਾਂ ਨੂੰ ਪੁੱਛੋ ਕਿ ਅੱਖਾਂ ਦੀ ਕੀ ਅਹਿਮੀਅਤ ਹੈ। ਜਿਹਨੂੰ ਦਿਸਦਾ ਹੀ ਨਹੀਂ, ਅੱਖਾਂ ਹੀ ਨਹੀਂ, ਅੰਨਾ ਹੈ, ਤੇ ਉਹ ਜਾਣਦਾ ਕਿ ਅੱਖਾਂ ਦੀ ਕੀਮਤ ਕੀ ਹੁੰਦੀ। ਪਰ ਜਿਹਦੇ ਕੋਲ ਹੈਗੀਆਂ, ਸੁਤੇ ਹੈਗੀਆਂ, ਮਹਾਰਾਜ ਦਾ ਸ਼ੁਕਰਾਨਾ ਹੀ ਨਹੀਂ ਕਦੇ ਕੀਤਾ ਕਿ ਮੈਂ ਤਾਂ ਅੱਖਾਂ ਨਾਲ ਇਹ ਸੰਸਾਰ ਦੇਖਦਾ ਹਾਂ। ਤੇ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਐਸੀ ਹਾਲਤ ਹੈ, ਇਹ ਮੌਕਾ ਜਿਹੜਾ ਨਾ ਸਾਧ ਸੰਗਤ ਜੀ ਉਹ ਫਿਰ ਹੱਥੋਂ ਖੁੰਝ ਜਾਂਦਾ ਹੈ, ਚਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਮਨੁੱਖਾ ਸਰੀਰ ਦੀ ਅਹਿਮੀਅਤ ਨਹੀਂ ਜੀਵ ਜਾਣ ਰਿਹਾ। ਜਦੋਂ ਨਹੀਂ ਸੀ ਕੋਲ ਉਦੋਂ ਤਰਲੇ ਕੀਤੇ ਕਿ ਮਹਾਰਾਜ ਮੈਨੂੰ ਜਨਮ ਦੇ ਸੰਸਾਰ ਵਿੱਚ, ਮੈਂ ਤੇਰਾ ਭਜਨ ਕਰੂੰਗਾ, ਮੈਂ ਤੇਰਾ ਨਾਮ ਜਪੂੰਗਾ। ਇਹ ਕਰਾਰ ਕੀਤੇ। ਫਿਰ ਮਾਤਾ ਦੇ ਗਰਭ ਵਿੱਚ ਕਰਾਰ ਕੀਤੇ ਕਿ ਮਹਾਰਾਜ ਇੱਥੇ ਐਸੀ ਕਾਲ ਕੋਠੜੀ ਚੋਂ ਮੈਨੂੰ ਬਾਹਰ ਕੱਢ ਦੇ, ਮੈਂ ਤੇਰਾ ਨਾਮ ਜਪੂੰਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖ ਹੁਣ ਤੂੰ ਸਾਰਾ ਹੀ ਜਿਹੜਾ ਅਵਸਰ ਆਪਣਾ ਮੌਕਾ ਉਹਨੂੰ ਖੰਜਾਈ ਜਾ ਰਿਹਾ ਹੈ। ਇਹ ਤੈਨੂੰ ਵਾਹਿਗੁਰੂ ਨੇ ਮੌਕਾ ਦਿੱਤਾ ਸੀ ਭਜਨ ਕਰਕੇ ਮੁਕਤ ਹੋਣ ਵਾਸਤੇ। ਤੇ ਵੇਖੋ ਸਤ ਸੰਗਤ ਵਿੱਚ ਤਾਂ ਭਜਨ ਕਰਨ ਦੀ ਥਾਂ ਹੁੰਦੀ ਹੈ, ਜੇ ਇੱਥੇ ਵੀ ਮੌਕਾ ਖੰਜਾਈਏ ਤੇ ਫਿਰ ਸਾਧ ਸੰਗਤ ਜੀ ਹੋਰ ਕਿੱਥੇ ਜਪਣਾ ਨਾਮ। ਇਉਂ ਮਹਾਰਾਜ ਕਹਿੰਦੇ ਨੇ ਅਵਸਰ ਜਿਹੜਾ ਤੇਰਾ ਇਹ ਮਨੁੱਖਾ ਜਨਮ ਰੂਪੀ ਅਵਸਰ ਹੈ, ਮੌਕਾ ਹੈ, ਇਹ ਤੇਰੇ ਜਿਹੜੇ ਸਵਾਸ ਨੇ ਇਹ ਵਿਹਾਉਂਦੇ ਜਾ ਰਹੇ ਆ, ਬਤੀਤ ਹੁੰਦੇ ਜਾ ਰਹੇ ਆ। ਜੈ ਜਾਵੰਤੇ ਮਹਲਾ ਨਵਾਂ। ਹਜ਼ੂਰ ਜੈ ਜਾਵੰਤੀ ਰਾਗ ਦੇ ਅੰਦਰ ਅਗਲੇ ਸ਼ਬਦ ਵਿੱਚ ਉਪਦੇਸ਼ ਦਿੰਦੇ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਰੇ ਮਨ ਕੌਣ ਗਾਤ ਹੋਏ ਹੈ ਤੇਰੇ। ਰੇ ਹੇ ਸੰਬੋਧਨ ਕਰਕੇ ਮਹਾਰਾਜ ਕਹਿੰਦੇ ਆ ਤੇ ਮਹਾਰਾਜ ਮਨ ਦੇ ਪ੍ਰਥਾਏ ਹਜ਼ੂਰ ਉਪਦੇਸ਼ ਦਿੰਦੇ ਆ। ਆਪਣੇ ਮਨ ਨੂੰ ਆਪਾਂ ਪ੍ਰਬੋਧੀਏ ਹਜ਼ੂਰ ਦੇ ਸ਼ਬਦ ਨਾਲ ਜੋੜ ਕਰਕੇ। ਰੇ ਮਨ ਕੌਣ ਗਤ ਹੋਏ ਹੈ ਤੇਰੀ। ਹੇ ਮਨਾ ਤੇਰੀ ਕੀ ਹਾਲਤ ਹੋਵੇਗੀ। ਕਿਉਂ ਮਹਾਰਾਜ ਮੈਨੂੰ ਕੀ ਹੋਇਆ। ਇਉਂ ਕਈ ਪੁੱਛ ਹੀ ਲੈਦੇ ਜੇ ਕੋਈ ਸੰਬੋਧਨ ਕਰਕੇ ਕਵੇ ਜਿਵੇਂ ਹਜ਼ੂਰ ਨੇ ਕਿਹਾ ਕਿ ਭਾਈ ਤੇਰੀ ਕੀ ਹਾਲਤ ਹੋਊਗੀ। ਮਨ ਵੀ ਅੰਦਰੋਂ ਮਨ ਨੂੰ ਪ੍ਰਬੋਧੀਏ ਨਾ। ਗੁਰਮੁਖ ਜਦੋਂ ਇਹ ਪ੍ਰਬੋਧਦੇ ਆ ਮਹਾਰਾਜ ਦੇ ਉਪਦੇਸ਼ ਨਾਲ ਕਿ ਰੇ ਹੇ ਮਨਾ ਤੇਰੀ ਕੀ ਹਾਲਤ ਹੋਊਗੀ। ਮਨ ਅੱਗੋਂ ਫੁਰਨਾ ਕਰਕੇ ਕਹਿੰਦਾ ਕਿਉਂ ਕੀ ਗੱਲ ਹੋਗੀ, ਮੇਰੀ ਹਾਲਤ ਕਿਹੋ ਜਿਹੀ ਹੋਊਗੀ, ਕਿ ਕਿਉਂ ਇਸ ਤਰ੍ਹਾਂ ਸੰਬੋਧਨ ਕੀਤਾ। ਤੇ ਹਜ਼ੂਰ ਦੱਸਦੇ ਆ ਰੇ ਮਨ ਕੌਣ ਗਾਤਾ ਹੋਇਆ ਤੇਰੇ। ਰੇ ਹੇ ਮਨਾ ਤੇਰੀ ਕੀ ਗਤ ਹਾਲਤ ਹੋਵੇਗੀ। ਇਹ ਜਗ ਮੈਂ ਰਾਮ ਨਾਮ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਹ ਪਹਿਲੋਂ ਸਾਧ ਸੰਗਤ ਜੀ ਇਹ ਜਿਹੜਾ ਹੈ ਨਾ ਇੱਕ ਮਹਾਰਾਜ ਨੇ ਇਸ ਪ੍ਰਕਾਰ ਸੰਬੋਧਨ ਕਰਕੇ ਕਿਹਾ ਜਿਵੇਂ ਸਾਵਧਾਨ ਨਹੀਂ ਕਰੀਦਾ। ਆਪਣੇ ਮਨ ਨੂੰ ਪ੍ਰਬੋਧਦੇ ਆ ਜਦੋਂ ਗੁਰਮੁਖ ਕਿ ਇਹ ਮਨਾ ਤੇਰੀ ਕੀ ਹਾਲਤ ਹੋਊਗੀ। ਜਦੋਂ ਕੋਈ ਬਹੁਤ ਜ਼ਿਆਦਾ ਸਾਧ ਸੰਗਤ ਜੀ ਕਿਸੇ ਨੁਕਸਾਨ ਦੇ ਕੰਮ ਨੂੰ ਕਰ ਰਿਹਾ ਹੋਵੇ, ਬੜਾ ਉਹਦਾ ਜਿਹੜਾ ਹੈ ਨੁਕਸਾਨ ਹੋਣਾ ਹੋਵੇ, ਤੇ ਫਿਰ ਉਹਨੂੰ ਕਹਿੰਦੇ ਆ ਨਾ ਕਈ ਕਿ ਤੇਰਾ ਕੀ ਬਣੂਗਾ। ਕੋਈ ਨਸ਼ੇ ਕਰਦਾ ਹੈ, ਕੋਈ ਕਰਮ ਕਰਦਾ ਹੈ, ਤੇ ਫਿਰ ਉਹਨੂੰ ਸੰਬੋਧਨ ਕਰਕੇ ਕੋਈ ਚੰਗਾ ਪੁਰਖ ਕਹਿੰਦਾ ਤੇਰਾ ਬਣੂਗਾ ਕੀ। ਤੇ ਉਹ ਕਹਿੰਦਾ ਕਿਉਂ ਕੀ ਗੱਲ ਹੋ ਗਈ, ਮੇਰਾ ਕੀ ਵਿਗੜਿਆ। ਇਸ ਤਰ੍ਹਾਂ ਅੱਗੋਂ ਜਿਹੜਾ ਗਾਫਲ ਪੁਰਸ਼ ਹੈ ਉਹ ਕਹਿੰਦਾ ਹੈ। ਇਸ ਤਰ੍ਹਾਂ ਸਾਡਾ ਮਨ ਗਾਫਲ ਹੈ। ਅੱਗੋਂ ਫਿਰ ਕਹਿੰਦਾ ਕਿਉਂ ਮੈਨੂੰ ਕੀ ਹੋਇਆ, ਕਿਉਂਕਿ ਆਪਣੇ ਆਪ ਨੂੰ ਤਾਂ ਗੁਰਮੁਖਤਾਈ ਦਾ ਦਾਅਵਾ ਕਰੀ ਜਾਂਦਾ ਮਨ ਕਿ ਮੈਂ ਤਾਂ ਬੜਾ ਗੁਰਮੁਖ ਹਾਂ, ਮੈਂ ਬੜਾ ਚੰਗਾ ਹੈ। ਹਰ ਕੋਈ ਆਪਣੇ ਆਪ ਨੂੰ ਭਲਾ ਹੀ ਕਹਾਉਂਦਾ, ਚੰਗਾ ਹੀ ਸਮਝਦਾ ਹੈ। ਮਨ ਰੇ ਕੌਣ ਗਤ ਹੋਏ ਹੈ ਤੇਰੀ, ਤੇਰੀ ਕੀ ਹਾਲਤ ਹੋਊਗੀ। ਕਿਉਂ ਕਹਿੰਦਾ ਮਨ ਕਹਿੰਦਾ ਕੀ ਗੱਲ ਹੋ ਗਈ। ਤੇ ਮਹਾਰਾਜ ਦੱਸਦੇ ਆ ਕਿ ਕਿਉਂ ਕੀ ਤੂੰ ਕਰ ਰਿਹਾ ਹੈ। ਫਿਰ ਪੜ੍ਹਦੇ ਹੋ ਇਹ ਜਗ ਮੈਂ ਰਾਮ ਨਾਮ। ਇਹ ਜਗਤ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਰਾਮ ਦਾ ਨਾਮ ਹੈ ਸੋ ਤਾ ਨਹੀਂ ਸੁਣਿਓ ਕਾਨ। ਉਹ ਤਾਂ ਤੂੰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਿਆ ਨਹੀਂ।
ਮਹਾਰਾਜ ਕਹਿੰਦੇ ਤੇਰੀ ਹਾਲਤ ਕੀ ਹੋਊਗੀ, ਤਾਂ ਕਰਕੇ ਅਸੀਂ ਤੈਨੂੰ ਸੰਬੋਧਨ ਕਰਕੇ ਕਹਿ ਰਹੇ ਹਾਂ ਕਿ ਜਿਹੜਾ ਰਾਮ ਦਾ ਨਾਮ ਹੈ ਇਸ ਜਗਤ ਦੇ ਅੰਦਰ, ਉਹ ਤੂੰ ਸੁਣਨ ਵਾਸਤੇ ਤੇ ਜਪਣ ਵਾਸਤੇ ਆਇਆ ਸੀ, ਪਰ ਉਹ ਤੂੰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਿਆ ਨਹੀਂ। ਜੇ ਸੁਣਿਆ ਤੇ ਇੱਕ ਕੰਨ ਪਾਇਆ, ਦੂਸਰੇ ਕੰਨ ਬਾਹਰ ਕੱਢ ਦਿੱਤਾ ਹੈ। ਅੰਧੇ ਏਕ ਨਾ ਲਾ ਗਈ ਜਿਉਂ ਬਾਂਸ ਵਜਾਈ ਹੈ ਫੂਕ। ਤੇ ਇਸ ਤਰ੍ਹਾਂ ਦੀ ਹਾਲਤ ਹੈ। ਜੇ ਕਿਸੇ ਭਲੇ ਪੁਰਸ਼ ਨੇ ਕਿਹਾ ਕਿ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਉਹ ਤਾਂ ਬੜੇ ਜੀ ਕਰ ਵੇਖਿਆ। ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇ ਹੀ ਨਹੀਂ ਸ਼ਰਧਾ, ਤੇ ਨਾਮ ਜਪਣ ਤੇ ਜਿਹਨੂੰ ਭਰੋਸਾ ਨਹੀਂ, ਫਿਰ ਉਹ ਮਹਾਰਾਜ ਕੋਲੋਂ ਕੀ ਪ੍ਰਾਪਤ ਕਰੂਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਤੈਨੂੰ ਇਹ ਕਿਹਾ ਕਿ ਤੇਰੀ ਹਾਲਤ ਕੀ ਹੋਊਗੀ, ਤੇਰਾ ਅੰਤ ਦਾ ਸਮਾਂ ਕਿਹੋ ਜਿਹਾ ਹੋਊਗਾ, ਕਿਉਂਕਿ ਰਾਮ ਦਾ ਨਾਮ ਤੈ ਆਪਣੇ ਕੰਨਾਂ ਨਾਲ ਨਹੀਂ ਸੁਣਿਆ, ਸ਼ਰਧਾ ਤੇ ਵਿਸ਼ਵਾਸ ਨਾਲ ਨਹੀਂ ਸੁਣਿਆ ਹੈ। ਵਿਖਿਆਨ ਸਿਓ ਅਤ ਲੁਭਾਨ, ਫਿਰ ਵਿਖਿਆਨ ਸਿਓ ਅਤ ਲੁਭਾਨ, ਵਿਸ਼ਿਆਂ ਵਿਕਾਰਾਂ ਨਾਲ ਤੂੰ ਬਹੁਤਾ ਹੀ ਲੁਭਾਇਮਾਨ ਹੋਇਆ ਪਿਆ ਹੈ। ਇਸੇ ਕਰਕੇ ਕਿਹਾ ਨਾ ਰੇ ਮਨ ਕੌਣ ਗਤ ਹੋਇਆ ਹੈ ਤੇਰੀ, ਕਿਉਂਕਿ ਤੇਰਾ ਜਿਹੜਾ ਅੰਦਰ ਫੁਰਨਾ ਹੈ ਉਹ ਤੇ ਵਿਸ਼ਿਆਂ ਵਿਕਾਰਾਂ ਦੇ ਉੱਤੇ ਲੁਭਾਇਮਾਨ ਹੋ ਰਿਹਾ ਹੈ ਬਹੁਤ ਜ਼ਿਆਦਾ। ਜਿਵੇਂ ਭਵਰਾ ਸਾਧ ਸੰਗਤ ਜੀ ਮਕਰੰਦ ਰਸ ਦੇ ਉੱਤੇ ਲੁਭਾਇਮਾਨ ਹੁੰਦਾ ਆ ਕਰਕੇ, ਇਵੇਂ ਜਿਹੜਾ ਮਨ ਹੈ ਨਾ ਇਹ ਵਿਕਾਰਾਂ ਦੇ ਉੱਤੇ ਲੁਭਾਇਮਾਨ ਹੁੰਦਾ ਜਾ ਰਿਹਾ ਹੈ। ਜਿਹੜੇ ਜ਼ਹਿਰ ਦੀ ਨਿਆਈ ਹਨ, ਮਿੱਠੇ ਜਾਣ ਕੇ ਉਹਨਾਂ ਨੂੰ ਭੋਗਦਾ ਹੈ। ਮਤ ਨਾਹਿ ਨ ਫੇਰੇ, ਤੇ ਆਪਣੀ ਮਤ ਨੂੰ, ਆਪਣੀ ਬੁੱਧੀ ਨੂੰ ਤੂੰ ਜਰਾ ਜਿੰਨਾ ਵੀ ਫੇਰਿਆ ਹੀ ਨਹੀਂ, ਹਟਾਇਆ ਹੀ ਨਹੀਂ। ਜਦੋਂ ਗੁਰਮੁਖਾਂ ਦੇ ਮਨ ਅੰਦਰ ਫੁਰਨਾ ਆਉਂਦਾ ਨਾ, ਤੇ ਉਹ ਫਿਰ ਫੁਰਨੇ ਨੂੰ ਰੋਕਦੇ ਹੋਏ ਮਹਾਰਾਜ ਜੀ ਦਾ ਉਪਦੇਸ਼ ਆਪਣੇ ਸਾਹਮਣੇ ਲਿਆਉਂਦੇ ਆ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣਾ। ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਲਿਆ ਕੇ ਆਪਣੇ ਮਤ ਦੇ ਅੰਦਰ, ਬੁੱਧੀ ਦੇ ਅੰਦਰ ਫੇਰ ਲੈਂਦੇ ਆ, ਆਪਣੇ ਮਨ ਨੂੰ ਫੇਰਦੇ ਆ, ਫਿਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨਾਲ ਮੋੜਦੇ ਆ ਵਿਕਾਰਾਂ ਵੱਲੋਂ। ਜਿਵੇਂ ਸਾਧ ਸੰਗਤ ਜੀ ਕੋਈ ਹਰਿਆਏ ਪਸ਼ੂ ਹੁੰਦਾ ਤੇ ਉਹ ਬਾਰ-ਬਾਰ ਸੰਗਲ ਤੜਾ ਕਰਕੇ ਫਿਰ ਹਰੇ ਘਾਹ ਵੱਲ ਨੂੰ ਜਾਂਦਾ। ਮਨ ਦਾ ਸੁਭਾਅ ਇਸੇ ਤਰ੍ਹਾਂ ਦਾ ਹੈ, ਇਹ ਬਾਰ-ਬਾਰ ਵਿਸ਼ਿਆਂ ਵਿਕਾਰਾਂ ਦਾ ਹੀ ਸੁੱਖ ਮੰਨਦਾ ਹੈ। ਵਿਖਿਆਨ ਸੋ ਅਤ ਲੁਭਾਨ, ਬਹੁਤਾ ਹੀ ਲੁਭਾਇਮਾਨ ਉਧਰ ਨੂੰ ਹੁੰਦਾ ਹੈ, ਕਿਉਂਕਿ ਇਹਨਾਂ ਦਾ ਸੁੱਖ ਮੰਨਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮਤ ਨਾ ਹਨ ਫੇਰੀ, ਆਪਣੀ ਮਤ ਨੂੰ ਤੂੰ ਫੇਰਿਆ ਹੀ ਨਹੀਂ ਵਿਕਾਰਾਂ ਤੋਂ, ਹਟਾਇਆ ਹੀ ਨਹੀਂ, ਮੋੜਿਆ ਹੀ ਨਹੀਂ। ਗੁਰੂ ਸ਼ਬਦ ਨਾਲ ਮੋੜਨਾ ਸੀ ਨਾ, ਮਹਾਰਾਜ ਦੀ ਮਰਿਆਦਾ ਦਾ ਸੰਗਲ ਮਾਰਨਾ ਸੀ ਨਾ ਇਸ ਮਨ ਦੇ ਰੂਪੀ ਪਸ਼ੂ ਨੂੰ, ਤੇ ਉਹ ਤੂੰ ਪਾਇਆ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਹਟਾਇਆ ਨਹੀਂ, ਲੁਭਾਇਮਾਨ ਹੁੰਦਾ ਰਿਹਾ ਵਿਸ਼ਿਆਂ ਵਿਕਾਰਾਂ ਦੇ ਉੱਤੇ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਮਾਨਸ ਕੋ ਜਨਮ ਲੈਣਾ, ਤੂੰ ਮਨੁੱਖਾਂ ਦਾ ਜਨਮ ਜਿਹੜਾ ਹੈ ਲੈਣਾ ਕੀਤਾ ਹੈ, ਮਨੁੱਖ ਰੂਪ ਵਿੱਚ ਤੂੰ ਇਸ ਸੰਸਾਰ ਵਿੱਚ ਆਇਆ ਹੈ। ਸਿਮਰਨ ਨਹ ਨਿਮਖ ਕੇ ਨ, ਨਿਮਖ ਮਾਤਰ ਵੀ ਤਾਂ ਸਿਮਰਨ ਨਹੀਂ ਕੀਤਾ। ਅੱਖ ਤੇ ਖੋਲਣ ਤੇ ਬੰਦ ਕਰਨ ਦੇ ਸਮੇਂ ਨੂੰ ਇਹ ਨਿਮਖ ਕਹਿੰਦੇ। ਮਹਾਰਾਜ ਕਹਿੰਦੇ ਇੰਨਾ ਸਮਾਂ ਵੀ ਤੂੰ ਸਿਮਰਨ ਨਹੀਂ ਕੀਤਾ, ਤੇ ਜਨਮ ਤੂੰ ਮਨੁੱਖਾਂ ਵਾਲਾ ਧਾਰਨ ਕੀਤਾ ਹੋਇਆ। ਫਿਰ ਹਜ਼ੂਰ ਨੇ ਕਿਹਾ ਨਾ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਤੇਰੀ ਜਿਹੜੀ ਕਰਤੂਤ ਹੈ ਉਹ ਤਾਂ ਪਸ਼ੂਆਂ ਵਾਲੀ ਹੈ, ਤੇ ਜਨਮ ਤੇਰਾ ਜਿਹੜਾ ਉਹ ਮਨੁੱਖਾਂ ਵਾਲਾ ਹੈ। ਇਹ ਬਾਹਰੋਂ ਸਾਧ ਸੰਗਤ ਜੀ ਚਮੜੀ ਕਰਕੇ ਹੀ ਤੇ ਇਸ ਪ੍ਰਕਾਰ ਸ਼ਕਲ ਸੂਰਤ ਕਰਕੇ ਉਹ ਮਨੁੱਖ ਭਾਸਦੇ ਹੈ, ਪਰ ਜਦੋਂ ਆਦਤਾਂ ਹੁੰਦੀਆਂ ਮਹਾਰਾਜ ਕਹਿੰਦੇ ਆਦਤਾਂ ਜਿਹੜੀਆਂ ਉਹ ਸਾਰੀਆਂ ਪਸ਼ੂਆਂ ਵਾਲੀਆਂ ਹੁੰਦੀਆਂ। ਇਸ ਕਰਕੇ ਸਤਿਗੁਰੂ ਜੀ ਸੰਬੋਧਨ ਹੋ ਕਰਕੇ ਕਹਿੰਦੇ ਸਾਰੀਆਂ ਆਦਤਾਂ ਮੰਨਦੀਆਂ ਦੱਸ ਕੇ ਮਹਾਰਾਜ ਨੇ ਕਿਹਾ ਰੇ ਮਨ ਕੌਣ ਗਤ ਹੋਇਆ ਹੈ ਤੇਰੀ। ਜੇ ਤਾਂ ਮਨ ਇਹੋ ਜਿਹਾ ਤੇ ਫਿਰ ਆਪਣੇ ਮਨ ਨੂੰ ਪ੍ਰਬੋਧ ਲਈਏ, ਇਹ ਮਨ ਮੇਰੇ ਮਨਾ ਤੇਰੀ ਫਿਰ ਕੀ ਹਾਲਤ ਹੋਊਗੀ। ਜਦੋਂ ਮਨ ਜਾਗ ਪੈਂਦਾ ਨਾ ਸਤਿਗੁਰੂ ਜੀ ਦੇ ਅੱਗੇ, ਫਿਰ ਸਾਧ ਸੰਗਤ ਜੀ ਦੋਵੇਂ ਮਨ ਤੇ ਬੁੱਧ ਰੂਪੀ ਹੱਥ ਜੁੜ ਜਾਂਦੇ ਆ। ਸੱਚੇ ਪਾਤਸ਼ਾਹ ਹੋਰ ਕੋਈ ਥਾਂ ਨਹੀਂ ਮਹਾਰਾਜ, ਮੈਨੂੰ ਕਿਰਪਾ ਕਰਕੇ ਬਚਾ ਲਓ। ਜਿਹੜੀ ਤੁਸੀਂ ਮੈਨੂੰ ਮੇਰੀ ਤਸਵੀਰ ਦਿਖਾਈ ਹੈ ਮਹਾਰਾਜ, ਸੱਚਮੁੱਚ ਮੇਰਾ ਮਨ ਇਹ ਜਿਹਾ ਹੀ ਹੈ ਗਰੀਬ ਨਵਾਜ, ਆਪ ਤੋਂ ਬਿਨਾਂ ਮੈਨੂੰ ਕੌਣ ਬਖਸ਼ੇਗਾ ਸੱਚੇ ਪਾਤਸ਼ਾਹ। ਕਿਉਂਕਿ ਬਾਹਰਲਾ ਸਰੂਪ ਤਾਂ ਆਪਾਂ ਸੁਧਾਰ ਲੈਂਦੇ ਆ, ਬੜਾ ਸਵਾਰ ਲੈਂਦੇ, ਬੜੇ ਦਾਨੇ ਬਣਦੇ ਆ, ਪਰ ਜਿਹੜੀ ਮਨ ਦੀ ਅੰਦਰ ਦੀ ਸ਼ਕਲ ਹੈ ਨਾ, ਇਹ ਸਾਧ ਸੰਗਤ ਜੀ ਬੜੀ ਕਰੂਪ ਹੋ ਜਾਂਦੀ ਆ ਔਗਣਾ ਵਿਕਾਰਾਂ ਪਾਪਾਂ ਕਰਕੇ। ਤੇ ਇਸ ਸ਼ਕਲ ਨੂੰ, ਇਸ ਸੂਰਤ ਨੂੰ ਗੁਰੂ ਸਾਹਿਬ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਸੱਚੇ ਪਾਤਸ਼ਾਹ ਮਹਾਰਾਜ ਇਹ ਸਰੂਪ ਦਿਖਾਉਂਦੇ ਆ। ਮਹਾਰਾਜ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਮਾਨਸ ਕੋ ਜਨਮ ਲੈਣਾ, ਮਹਾਰਾਜ ਕਹਿੰਦੇ ਮਨੁੱਖਾਂ ਦਾ ਤਾਂ ਜਨਮ ਲਿਆ ਹੈ। ਸਿਮਰਨ ਨਹ ਨਿਮਖ ਕੇ ਨ, ਨਿਮਖ ਮਾਤਰ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਤਾਂ ਕਰਨਾ ਕੀਤਾ। ਨਾਮ ਜਪਣ ਵਾਲਿਆਂ ਨੂੰ ਕਿਹਾ ਇਹ ਤਾਂ ਵਿਹਲੇ ਹੈਗੇ ਆ, ਉੱਥੇ ਕੀ ਕਰਨ ਜਾਂਦੇ ਆ, ਪ੍ਰਸ਼ਾਦੇ ਛਕਣ ਚਲੇ ਜਾਂਦੇ ਆ, ਇਸ ਤਰ੍ਹਾਂ ਦੇ ਵਿਅੰਗ ਕੱਸੇ। ਨਿਮਖ ਮਾਤਰ ਵੀ ਆਪਣੇ ਮਨ ਨੂੰ ਇਕਾਗਰ ਨਾ ਕੀਤਾ ਵਾਹਿਗੁਰੂ ਦੇ ਸਿਮਰਨ ਅੰਦਰ। ਤਾਰਾ ਸੁਖ ਪਇਓ ਦੇਨ, ਤਾਰਾ ਇਸਤਰੀ ਦੇ ਵਿਸ਼ੇ ਸੁੱਖਾਂ ਦੇ ਵਿੱਚ ਤੂੰ ਬੜਾ ਦੀਨ ਹੋ ਗਿਆ, ਅਧੀਨ ਹੋ ਗਿਆ, ਫਸ ਗਿਆ ਹੈ। ਪਗਹ ਪਰੇ ਬੇਰੇ, ਪੈਰਾਂ ਵਿੱਚ ਤੇਰੇ ਬੇੜੀ ਪੈ ਗਈ ਹੈ ਵਿਸ਼ੇ ਸੁੱਖਾਂ ਦੀ। ਜਿਹੜਾ ਇਸਤਰੀ ਦੇ ਵਿਸ਼ੇ ਸੁੱਖਾਂ ਵਿੱਚ ਤੇਰਾ ਮਨ ਫਸ ਗਿਆ ਨਾ, ਮਹਾਰਾਜ ਕਹਿੰਦੇ ਬੇੜੀ ਪਈ ਹੈ, ਵਾਹਿਗੁਰੂ ਦੇ ਪਿਆਰ ਦੇ ਮਾਰਗ ਤੇ ਤੇਥੋਂ ਚੱਲਿਆ ਨਹੀਂ ਜਾਂਦਾ।
ਪਰਮੇਸ਼ਰ ਦੀ ਭਾਵ ਭਗਤੀ ਤੇਥੋਂ ਹੁੰਦੀ ਨਹੀਂ। ਇਹ ਜਿਹੜੀ ਆ ਵਿਕਾਰਾਂ ਦੀ ਬੇੜੀ ਹੀ ਤੇਰੇ ਪੈਰਾਂ 'ਚ ਪਈ ਹੋਈ ਆ। ਨਾਨਕ ਜਨ ਕਹਿ ਪੁਕਾਰ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਪੁਕਾਰ ਕਰਕੇ ਉੱਚੀ ਬੁਲੰਦ ਆਵਾਜ਼ ਵਿੱਚ ਕਹਿੰਦੇ ਆ, ਦਾਸਾ ਭਾਵ ਧਾਰ ਕੇ ਭਾਈ ਸੁਣ ਲਵੋ। ਸੁਪਨੇ ਜਿਉ ਜਗ ਪਸਾਰ। ਮਹਾਰਾਜ ਕਹਿੰਦੇ ਜਿਹੜਾ ਜਗਤ ਦਾ ਪਸਾਰਾ ਹੈ ਇਹ ਸਾਰਾ ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਰਾਤ ਦਾ ਸੁਪਨਾ ਸੱਤ ਨਹੀਂ ਹੁੰਦਾ, ਜਿਵੇਂ ਮਹਾਰਾਜ ਕਹਿੰਦੇ ਇਹ ਸਾਰਾ ਜਗਤ ਭਾਈ ਸੁਪਨੇ ਦੀ ਨਿਆਈ ਹੈ। ਉਹ ਨੀਂਦ ਆਈ ਹੈ ਤਾਂ ਸੁਪਨਾ, ਇੱਥੇ ਅਵਿਦਿਆ ਰੂਪੀ ਨੀਂਦ ਵਿੱਚ ਮਨ ਸੁੱਤਾ ਪਿਆ ਤੇ ਤਾਂ ਸਾਧ ਸੰਗਤ ਜੀ ਇਹ ਸੁਪਨਾ ਸੱਤ ਭਾਸੀ ਜਾਂਦਾ। ਜਿਵੇਂ ਰਾਤ ਦਾ ਆਇਆ ਸੁਪਨਾ ਸੱਤ ਭਾਸਦਾ ਹੁੰਦਾ ਹੈ। ਜਦੋਂ ਰਾਤ ਦੇ ਸੁਪਨੇ 'ਚ ਕੋਈ ਸਾਧ ਸੰਗਤ ਜੀ ਰਾਜਾ ਬਣ ਕਰਕੇ ਬੈਠ ਜਾਵੇ ਤੇ ਫਿਰ ਦਿਨ ਨੂੰ ਆਪਣੇ ਖਜ਼ਾਨੇ 'ਚੋਂ ਮੋਹਰਾਂ ਕੱਢ ਲਿਆਉਂਦਾ ਜਦੋਂ ਜਾਗਦਾ, ਉਹੋ ਜਿਹਾ ਹੀ ਹੁੰਦਾ ਜਿਹੋ ਜਿਹਾ ਸੁੱਤਾ ਹੁੰਦਾ ਹੈ। ਇਸ ਤਰ੍ਹਾਂ ਸੁਪਨੇ ਦੇ ਅੰਦਰ ਜੋ ਕੁਝ ਜੀਵ ਇੱਥੇ ਸੰਸਾਰ ਦੇ ਅੰਦਰ ਜਿਵੇਂ ਲਾਭ ਪਾਉਂਦਾ ਹੈ, ਕੋਈ ਨੁਕਸਾਨ ਹੁੰਦਾ ਹੈ, ਤੇ ਸੁਪਨੇ ਦੇ ਲਾਭ ਦਾ ਕੋਈ ਸਾਧ ਸੰਗਤ ਜੀ ਖੁਸ਼ੀ ਨਹੀਂ ਹੈ। ਸੁਪਨੇ ਦੇ ਵਿੱਚ ਹੋਏ ਨੁਕਸਾਨ ਦੀ ਕੋਈ ਕਮੀ ਨਹੀਂ ਹੁੰਦੀ। ਜਿਵੇਂ ਜਾਗ ਕੇ ਇਵੇਂ ਜਿਨ੍ਹਾਂ ਦਾ ਮਨ ਜਾਗ ਪੈਂਦਾ ਨਾ, ਉਹਨਾਂ ਨੂੰ ਪ੍ਰਤੱਖ ਇਸ ਸੰਸਾਰ ਦੇ ਅੰਦਰ ਵੀ ਬਹੁਤੇ ਲਾਭ ਨਾਲ ਉਹਨਾਂ ਦਾ ਮਨ ਖੁਸ਼ ਨਹੀਂ ਹੁੰਦਾ। ਬਹੁਤਾ ਨੁਕਸਾਨ ਹੋ ਜੇ ਤੇ ਉਹਨਾਂ ਨੂੰ ਸਾਧ ਸੰਗਤ ਜੀ ਝੋਰਾ ਨਹੀਂ ਲੱਗਦਾ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ। ਫਿਰ ਪੜ੍ਹਦੇ ਹੋ ਸੁਪਨੇ ਜਿਉ ਜਗ ਪਸਾਰ। ਇਹ ਜਗਤ ਦਾ ਪਸਾਰਾ ਸਤਿਗੁਰੂ ਜੀ ਕਹਿੰਦੇ ਸਾਰਾ ਸੁਪਨੇ ਦੀ ਨਿਆਈ ਹੈ। ਜਿਵੇਂ ਰਾਤ ਦਾ ਸੁਪਨਾ ਅਣਹੋਇਆ ਹੁੰਦਾ ਏ। ਸਿਮਰਤ ਨਹਿ ਕਿਉ ਮੁਰਾਰ। ਮਹਾਰਾਜ ਕਹਿੰਦੇ ਮੁਰਾਦਕ ਦੈਂਤਾਂ ਨੂੰ ਮਾਰਨ ਵਾਲਾ ਜਿਹੜਾ ਮੇਰਾ ਵਾਹਿਗੁਰੂ ਹੈ, ਮੋਹ ਆਦਿਕ ਵਿਕਾਰਾਂ ਨੂੰ ਮਾਰਨ ਵਾਲਾ ਜਿਹੜਾ ਵਾਹਿਗੁਰੂ, ਉਹਨੂੰ ਕਿਉਂ ਨਹੀਂ ਤੂੰ ਸਿਮਰਦਾ, ਕਿਉਂ ਨੂੰ ਤੀ ਚੇਤੇ ਕਿਉਂ ਨਹੀਂ ਕਰਦਾ? ਕਿਉਂਕਿ ਇਸ ਸੰਸਾਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਸੱਚਾ ਨਹੀਂ ਹੈ, ਰਹਿਣ ਵਾਲਾ ਨਹੀਂ ਹੈ। ਮਾਇਆ ਜਾਂਕੇ ਚਿਹਰੇ। ਕਿਉਂ ਨਹੀਂ ਉਸ ਨੂੰ ਚੇਤੇ ਕਰਦਾ? ਮਾਇਆ ਜਿਹੜੀ ਚੇਲੀ ਹੈ, ਦਾਸੀ ਹੈ, ਮਾਇਆ ਵੀ ਜਿਹਦੇ ਅਧੀਨ ਹੈ, ਉਸ ਵਾਹਿਗੁਰੂ ਨੂੰ ਚੇਤੇ ਕਰ। ਜਿਹੜਾ ਤੂੰ ਸੰਕਲਪ ਮਾਇਆ ਕਰਕੇ ਕਰਦਾ ਨਾ ਪੂਰਾ ਹੋਊਗਾ। ਮਹਾਰਾਜ ਕਹਿੰਦੇ ਨਾਮ ਜਪੇਗਾ ਆਪਣੇ ਆਪ ਹੀ ਸਾਰੇ ਸੰਕਲਪ ਪੂਰੇ ਹੋ ਜਾਣੇ ਆ। ਕਿਉਂਕਿ ਮਾਇਆ ਵੀ ਉਸ ਵਾਹਿਗੁਰੂ ਦੀ ਦਾਸੀ ਹੈ, ਚੇਲੀ ਹੈ, ਸੇਵਕ ਹੈ। ਜੈ ਜਾਵੰਤੇ ਮਹਲਾ ਨਵਾ। ਇਹ ਸਾਧ ਸੰਗਤ ਜੀ ਚੌਥਾ ਸ਼ਬਦ ਹਜ਼ੂਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਾਜਾਵੰਤੀ ਰਾਗ ਦੇ ਅੰਦਰ ਮਹਾਰਾਜ ਉਚਾਰਨ ਕਰਦੇ ਆ। ਬੇਤ ਜੈ ਹੈ, ਬੇਤ ਜੈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖ ਲੈ ਤੇਰੇ ਕੋਲੋਂ ਤੇਰਾ ਬਚਪਨ ਬੀਤ ਗਿਆ ਹੈ, ਤੇਰੀ ਜਵਾਨੀ ਬੀਤ ਗਈ ਤੇ ਹੁਣ ਇਹ ਬਿਰਧ ਅਵਸਥਾ ਵੀ ਬੀਤ ਹੀ ਜਾਣੀ ਹੈ। ਜਿਹੜਾ ਬਚਪਨ ਹੈ ਉਹ ਅਣਜਾਣਪੁਣੇ 'ਚ ਲੰਘ ਗਿਆ, ਜਵਾਨੀ ਜਿਹੜੀ ਆ ਉਹ ਵਿਸ਼ਿਆਂ ਵਿਕਾਰਾਂ ਦੇ ਜ਼ੋਰ 'ਚ ਲੰਘ ਗਈ ਤੇ ਹੁਣ ਬੁਢੇਪਾ ਜਿਹੜਾ ਹੈ ਉਹ ਕਿਹੜਾ ਸਥਿਰ ਰਹਿਣਾ, ਇਹ ਹੁਣ ਤੇਰਾ ਝੋਰਿਆਂ 'ਚ ਲੰਘ ਰਿਹਾ ਹੈ। ਇਸ ਤਰ੍ਹਾਂ ਦੀ ਹਾਲਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਬੀਤ ਜਾ ਹੈ, ਬੀਤ ਜਾ ਹੈ, ਬੀਤ ਜਾਵੇਗਾ, ਬੀਤ ਜਾਵੇਗਾ। ਭਾਵ ਜੋ ਕੁਝ ਇਹ ਹੁਣ ਵਰਤਮਾਨ ਚੱਲ ਰਿਹਾ ਹੈ ਨਾ, ਇਹ ਭੂਤਕਾਲ ਬਣਦਾ ਹੀ ਜਾਣਾ। ਕਿਉਂਕਿ ਹਜ਼ੂਰ ਨੇ ਕਿਹਾ ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, संग चलत है हम भी चलना, दूर गवन सिर ऊपर मरना। फिर हजूर कहते ने क्या तू सोया जाग आना, तै जीवन जग सच कर जाना। हे आणिया कमलिया जीव तू इस संसार नू सत करके जाने, ये तो बीत जाने वाली चीज है। सच्चे पातशाह जी कहते तेरा बचपन बीत गया, जवानी बीत गई है, वेख हुण तेरे बुढ़ेपा आया किते ये भी ना तेरे हथों बीत जे। सतगुरु जी कहते हैं ये बीत जाने वाला, समाप्त हो जाने वाला है। जन्म अकाज रे, जेड़ा तेरा जन्म अकाज व्यर्थ ही बतीत हो रहा है। बचपन व्यर्थ बतीत हो गया, जवानी व्यर्थ लंघ गई, बुढ़ेपा झोरियां च लंघदा जा रहा है। देश दिन सुन कै पुराण, रात दिन जदों तू सुन करके पुराणा दी कथा बहुत सुनी, रामायण दी कथा सुनी, महाभारत दी कथा सुनी, फिर पुराणा विचों बड़ा उपदेश सुनिया, समझात नह रे अजान। पर अनजान क्यों बनया रहा, समझ क्यों नहीं कीती? जदों वो कथा विच दसिया गया, महाराज दी बाणी भी कहंदी है ना, राम गयो रावण गयो, जाको बहु परिवार, कहो नानक थिर कछ नहीं, सुपने ज्यों संसार। फिर तू समझ क्यों नहीं कीती? कथा तो सारी सुनी, रामायण भी सुनी, महाभारत भी सुनी, पुराणा दे विच ये भी सुनिया कि शिव पुराण की है, ब्रह्म पुराण की है, ये सारे पुराण जिहड़े तू सुने। पर महाराज कहंदे अनजान क्यों बनया रहा अपने शरीर दे नाश होण वल्लों? ਇਹ ਕਿਉਂ ਨਹੀਂ ਤਾਂ ਚੇਤੇ ਕੀਤਾ ਕਿ ਮੈਂ ਵੀ ਮਰ ਜਾਣਾ ਹੈ ਇੱਕ ਦਿਨ। ਜੇ ਸੰਸਾਰ ਤੇ ਕੋਈ ਸਰੀਰ ਕਰਕੇ ਸਥਿਰ ਨਹੀਂ ਰਿਹਾ, ਜਿਨ੍ਹਾਂ ਦੀਆਂ ਕਥਾ ਕਹਾਣੀਆਂ ਤਾਂ ਸੁਣੀਆਂ ਤੇ ਉਹ ਤੂੰ ਸੁਣ ਕਰਕੇ ਅਣਜਾਣ ਕਿਉਂ ਰਿਹਾ? ਤੈਨੂੰ ਇਹ ਨਹੀਂ ਪਤਾ ਲੱਗਿਆ ਕਿ ਜੇ ਇੱਥੇ ਧਰਮਰਾਜ ਵਰਗੇ ਯੁਧਿਸ਼ਟਰ ਚਲੇ ਗਏ, ਵੱਡੇ ਵੱਡੇ ਮਹਾਬਲੀ ਰਾਵਣ ਚਲੇ ਗਏ, ਰਾਮਚੰਦਰ ਜੀ ਅਵਤਾਰ ਹੋਏ ਉਹ ਚਲੇ ਗਏ, ਤੇ ਫਿਰ ਤੂੰ ਅਣਜਾਣ ਕਿਉਂ ਰਿਹਾ ਆਪਣੇ ਨਾਸ਼ ਹੋਣ ਵੱਲੋਂ, ਆਪਣੇ ਸਰੀਰ ਦੇ ਮੁੱਕ ਜਾਣ ਵੱਲੋਂ ਕਿਉਂ ਤੂੰ ਅਣਜਾਣ ਬਣਿਆ ਰਿਹਾ? ਕਾਲ
काल तो पहुँचयो आन। सच्चे पातशाह जी महाराज मौत कदों को आ जाती है? महाराज कहते काल तो पहुंचो आन। काल तो भाई हुण तेरे नेड़े पहुंच गया आ करके। जिवें गुरु नानक साहब जी महाराज सच्चे पातशाह जी नूं मौलवी ने पूछया सी, महाराज ये तो तुहाडी उम्र बड़ी छोटी है, ते महाराज ने कहा सी मम सर मूए अजराइल गिरफ्त है दिल हेच ना दानी। महाराज कहते सानू तां इउं प्रतीत हुंदा जिवें मौत रूपी फरिश्ते ने साडे सिर दे केस पकड़े होण। ਇਹ ਦਿਖਾਉਂਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਕਿ ਭਾਈ ਮੌਤ ਇੰਨੀ ਨੇੜੇ ਹੈ। ਇਹਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ, ਕਾਲ ਤੋਂ ਪਹੁੰਚਿਓ ਆਣ। ਕਾਲ ਤਾਂ ਭਾਈ ਪਹੁੰਚਿਆ ਹੋਇਆ ਆਣ ਕਰਕੇ ਨੇੜੇ ਆ ਪਹੁੰਚਿਆ ਹੈ। ਸਤਿਗੁਰੂ ਜੀ ਕਹਿੰਦੇ ਭੱਜ ਕਰਕੇ ਕਿੱਥੇ ਜਾਵੇਂਗਾ? ਕਾਲ ਤੋਂ ਕੋਈ ਬਚ ਸਕਿਆ? ਸਾਧ ਸੰਗਤ ਜੀ ਵੇਖੋ ਬੜੇ ਬੜੇ ਰਾਜੇ ਮਹਾਰਾਜੇ ਆ ਤੇ ਫਿਰ ਬੜੇ ਉਹਨਾਂ ਨੇ ਆਪਣੇ ਅੰਗ ਰੱਖਿਅਕ ਰੱਖੇ ਹੁੰਦੇ ਆ, ਬੜੇ ਬੜੇ ਕਿਲੇ ਸਾਜੇ ਹੁੰਦੇ ਆ ਤੇ ਬਹੁਤ ਸਾਰਾ ਸਾਧ ਸੰਗਤ ਜੀ ਪਹਿਰਾ ਹੁੰਦਾ ਹੈ। ਕੋਈ ਅੰਦਰ ਜਾ ਨਹੀਂ ਸਕਦਾ ਹੁੰਦਾ, ਪਰ ਕਾਲ ਉੱਥੋਂ ਵੀ ਕੱਢ ਲਿਆਉਂਦਾ ਉਹਨਾਂ ਨੂੰ, ਜਿੱਥੇ ਕਿਸੇ ਹੋਰ ਨੂੰ ਜਾਣ ਹੀ ਨਹੀਂ, ਆਗਿਆ ਹੀ ਨਹੀਂ ਹੈ ਜਾਣ ਦੀ, ਕੋਈ ਕਿਸੇ ਪ੍ਰਕਾਰ ਮੌਤ ਦਾ ਉਹਨਾਂ ਨੂੰ ਖੌਫ ਨਹੀਂ, ਪਰ ਕਾਲ ਉਹਨਾਂ ਨੂੰ ਉੱਥੋਂ ਵੀ ਕੱਢ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਿੱਥੇ ਭੱਜ ਜਾਏਗਾ? ਭੱਜ ਕਰਕੇ ਕਿਤੇ ਤੂੰ ਜਾ ਨਹੀਂ ਸਕਦਾ। ਕਾਲ ਤੋਂ ਪਹੁੰਚਿਓ ਆਣ। ਕਾਲ ਤਾਂ ਹੁਣ ਤੇਰੇ ਨੇੜੇ ਆ ਪਹੁੰਚਿਆ ਹੈ, ਕਿਉਂਕਿ ਬਿਰਧ ਅਵਸਥਾ ਤੋਂ ਬਾਅਦ ਤਾਂ ਫਿਰ ਸਾਧ ਸੰਗਤ ਜੀ ਬਚਪਨ ਨਹੀਂ ਆਉਣਾ, ਫਿਰ ਤਾਂ ਇਹ ਸਰੀਰ ਦੀ ਸਮਾਪਤੀ ਹੈ। ਫਰੀਦਾ ਕੋਠੇ ਉੱਪਰ ਟੁਕਣਾ ਫਿਰ ਨੀਂਦੜੀ ਨਿਵਾਰ। ਕਹਿੰਦੇ ਨੇ ਕਿ ਕੋਠੇ ਦੇ ਉੱਤੇ ਕੋਈ ਦੌੜਨ ਲੱਗ ਪਵੇ ਤੇ ਕਿੰਨਾ ਕੁ ਚਿਰ ਦੌੜੂਗਾ? ਅੰਤ ਨੂੰ ਬਨੇਰਾ ਤਾਂ ਆ ਹੀ ਜਾਣਾ ਹੈ ਨਾ। ਇਹ ਸਰੀਰ ਦੇ ਅੰਦਰ ਸਾਧ ਸੰਗਤ ਜੀ ਇਹ ਜੀਵ ਆਤਮਾ ਕਿੰਨਾ ਕੁ ਚਿਰ ਰਹੂਗਾ? ਅੰਤ ਨੂੰ ਇਹ ਸਰੀਰ ਦਾ ਜਿਹੜਾ ਨਾ ਉਹ ਕਾਲ ਆ ਹੀ ਪਹੁੰਚਦਾ ਹੈ। ਮਹਾਰਾਜ ਕਹਿੰਦੇ ਕਿੱਥੇ ਭੱਜ ਕੇ ਬਚ ਜਾਏਗਾ, ਕਿਉਂਕਿ ਸਭ ਕੁਝ ਹੀ ਤਾਂ ਕਾਲ ਦੇ ਅਧੀਨ ਹੈ। ਜੇ ਤੂੰ ਕਾਲ ਦੇ ਚੱਕਰ ਚੋਂ ਨਿਕਲਣਾ ਤੇ ਇੱਕ ਵਾਹਿਗੁਰੂ ਦੀ ਸ਼ਰਨ ਹੈ, ਕੋਈ ਹੋਰ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਭੱਜ ਕੇ ਕਿੱਥੇ ਚਲੇ ਜਾਏਗਾ? ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਜਿਹੜੀ ਆਪਣੀ ਦੇਹੀ ਨੂੰ ਤੂੰ ਅਸਥਿਰ ਮੰਨਿਆ ਹੋਇਆ ਹੈ ਕਿ ਇਹ ਤਾਂ ਸਦਾ ਰਹੂਗੀ, ਪਤਾ ਵੀ ਹੈ ਚੜਾਈ ਕੀਤੇ ਸਾਹਮਣੇ ਸ਼ਿਵੇ ਬਲਦੇ ਵੀ ਦਿਖਦੇ ਆ, ਪਰ ਫਿਰ ਵੀ ਐਡੀ ਅਗਿਆਨਤਾ ਐਡੀ ਗਾਫਲਤਾਈ ਹੈ। ਸਾਧ ਸੰਗਤ ਜੀ ਇਹ ਕਹਿਣਾ ਬੜਾ ਸੌਖਾ ਹੈ, ਸੁਣ ਲੈਣਾ ਵੀ ਬੜਾ ਸੌਖਾ ਹੈ, ਪਰ ਮੌਤ ਨੂੰ ਨਿਸ਼ਚੈ ਜਿਨ ਕੀਤਾ ਨਾ ਉਹ ਸ਼ਬਦ ਦੀ ਕਮਾਈ ਨਾਲ ਹੀ ਕੀਤਾ ਹੈ। ਮਹਾਰਾਜ ਦੀ ਕਿਰਪਾ ਤੋਂ ਬਿਨਾਂ ਨਹੀਂ ਨਿਸ਼ਚਾ ਹੁੰਦਾ, ਕਿਉਂਕਿ ਅਸੀਂ ਤਾਂ ਬੜੀਆਂ ਆਪਣੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੀਆਂ ਸਕੀਮਾਂ ਉਲੀਕੀ ਰੱਖਦੇ ਆ, ਐਂ ਕਰਾਂਗੇ ਐਂ ਹੋਊਗਾ, ਤੇ ਉਹ ਜਿਹੜਾ ਸਾਡੇ ਇਹ ਸੰਕਲਪ ਸਾਡੇ ਕਰਮ ਦੱਸਦੇ ਆ ਕਿ ਕਿਸ ਤਰ੍ਹਾਂ ਅਸੀਂ ਮੌਤ ਨੂੰ ਨਿਸ਼ਚਾ ਕੀਤਾ ਜਾਂ ਨਹੀਂ ਕੀਤਾ। ਜਿਹੜੇ ਜੀਵਨ ਮੁਕਤ ਪੁਰਖ ਹੁੰਦੇ ਆ ਉਹ ਇਸ ਤਰ੍ਹਾਂ ਆਪਣੇ ਜੀਵਨ ਵਿੱਚ ਵਿਚਰਦੇ ਜਿਵੇਂ ਸੁਤੇ ਆਪਣੇ ਆਪ ਹੀ ਸਭ ਕੁਝ ਹੁੰਦਾ ਜਾਣਦੇ ਆ। ਉਹ ਕਿਸੇ ਪ੍ਰਕਾਰ ਦੀ ਕੋਈ ਚੀਜ਼ ਨੂੰ ਉਲੀਕਦੇ ਨਹੀਂ। ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਕੀਤਿਆਂ ਕੀ ਹੋਣਾ, ਭਾਣੇ ਵਿੱਚ ਚੱਲਦੇ ਆ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਆ। ਇਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਇਹ ਜਿਹੜੀ ਤੇਰੀ ਦੇਹ ਹੈ ਇਹਨੂੰ ਤੂੰ ਸਥਿਰ ਰਹਿਣ ਵਾਲਾ ਮੰਨਿਆ ਹੋਇਆ ਕਿ ਬੜੀ ਅਸਥਿਰ ਰਹੇਗੀ, ਸਦਾ ਸਦਾ ਰਹੇਗੀ। ਸੋਤਾ ਤੇਰਾ ਹੋਇਆ ਖੇਹ, ਉਹ ਤਾਂ ਤੇਰੀ ਦੇਹ ਮਹਾਰਾਜ ਕਹਿੰਦੇ ਖੇਹ ਹੋ ਜਾਣੀ ਹੈ। ਜੇ ਕਬਰ ਚ ਨੱਪ ਦੋ ਤੇ ਤਾਂ ਵੀ ਮਿੱਟੀ ਹੋ ਜਾਂਦੀ ਹੈ, ਜੇ ਸਾਧ ਸੰਗਤ ਜੀ ਲੱਕੜਾਂ ਤੇ ਸੰਸਕਾਰ ਕਰ ਦੋ ਤਾਂ ਵੀ ਸਵਾਹ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਤਾਂ ਭਾਈ ਤੇਰੀ ਜਿਹੜੀ ਦੇਹ ਹੈ ਇਹ ਤਾਂ ਖੇਹ ਹੋ ਜਾਣੀ ਹੈ, ਮਿੱਟੀ ਚ ਰਲ ਜਾਣੀ ਹੈ। ਕਿਉਂ ਨਾ ਹਰ ਕੋ ਨਾਮ ਲਿਹ, ਫਿਰ ਹਜ਼ੂਰ ਪੁੱਛਦੇ ਆ ਪ੍ਰਸ਼ਨਵਾਚਕ ਬਣਾ ਕਰਕੇ, ਦੱਸ ਫਿਰ ਤੂੰ ਕਿਉਂ ਨਹੀਂ ਹਰੀ ਦਾ ਨਾਮ ਲੈਂਦਾ? ਸਾਧ ਸੰਗਤ ਜੀ ਜਿਹੜਾ ਪ੍ਰੇਮ ਨਾਲ ਐਸਾ ਹਜ਼ੂਰ ਦਾ ਬਰਾਗਮਈ ਉਪਦੇਸ਼ ਸਰਵਣ ਕਰੇ, ਬਰਾਗ ਦੀ ਅੰਸ਼ ਪੈਦਾ ਹੋ ਜਾਂਦੀ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜੇ ਗੁਰਮੁਖਤਾਈ ਨੂੰ ਧਾਰਨ ਕਰਦੇ ਹੋਏ ਬਰਾਗ ਧਾਰਨ ਕਰਨਾ ਚਾਹੁੰਦੇ, ਫਿਰ ਮਹਾਰਾਜ ਦੀ ਇਸ ਬਾਣੀ ਦਾ ਨਿਤਨੇਮ ਕਰਦੇ ਆ। ਸਾਧ ਸੰਗਤ ਜੀ ਭੋਗ ਦੇ ਸ਼ਲੋਕ ਜਿਹੜੇ ਆ ਉਹ ਆਪਣੇ ਨਿਤਨੇਮ ਵਿੱਚ ਪੜ੍ਹਦੇ ਆ ਵਿਚਾਰ ਕਰਕੇ। ਫਿਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਤੋਂ ਉਹਨਾਂ ਨੂੰ ਸੰਸਾਰ ਦੇ ਇਹ ਸਾਰੇ ਪਸਾਰੇ ਤੋਂ ਬਰਾਗ ਹੋ ਜਾਂਦਾ ਹੈ। ਕੁਝ ਵੀ ਇਹ ਸੰਸਾਰ ਦੇ ਰਸ ਜਿਹੜੇ ਮਿੱਠੇ ਨਹੀਂ ਲੱਗਦੇ, ਇਹ ਚੰਗੇ ਨਹੀਂ ਪ੍ਰਤੀਤ ਹੁੰਦੇ। ਫਿਰ ਉਹਨਾਂ ਨੂੰ ਇਹ ਸਮਝ ਲੱਗ ਜਾਂਦੀ ਹੈ ਕਿ ਇਹ ਸਰੀਰ ਦਾ ਕਾਲ ਤੇ ਖਬਰੇ ਕਦੋਂ ਆ ਪਹੁੰਚਣਾ ਹੈ, ਤੇ ਮਨਾ ਨਾਮ ਜਪ ਲਈਏ, ਭਜਨ ਕਰ ਲਈਏ। ਇਸ ਤਰ੍ਹਾਂ ਉਹਨਾਂ ਦਾ ਮਨ ਫਿਰ ਜਾਗ ਪੈਂਦਾ। ਹਜ਼ੂਰ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਕਿਉਂ ਨਾ ਹਰ ਕੋ ਨਾਮ ਲਿਹ, ਕਹਿੰਦੇ ਕਿਉਂ ਨਹੀਂ ਤੂੰ ਹਰੀ ਦਾ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਆਪਣੇ ਮੁਖ ਤੋਂ ਲੈਂਦਾ ਹੈ? ਮੂਰਖ ਨਿਲਾਜ ਰੇ, ਸਤਿਗੁਰੂ ਜੀ ਕਹਿੰਦੇ ਮੂਰਖ ਕਿਉਂ ਬਣ ਰਿਹਾ ਹੈ, ਗਾਫਲਤਾਈ ਕਿਉਂ ਧਾਰਨ ਕਰ ਰਿਹਾ, ਤੂੰ ਨਿਲੱਜ ਹੋ ਰਿਹਾ ਹੈ, ਬੇਸ਼ਰਮੀ ਨੂੰ ਧਾਰਨ ਕਰ ਰਿਹਾ, ਤੈਨੂੰ ਸ਼ਰਮ ਨਹੀਂ ਆ ਰਹੀ। ਸਾਧ ਸੰਗਤ ਜੀ ਵੇਖੋ ਇੰਨਾ ਕੁਝ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਪਦੇਸ਼ ਦਿੰਦੇ ਆ, ਤੇ ਫਿਰ ਵੀ ਜਦੋਂ ਭਜਨ ਵਿੱਚ ਚਿੱਤ ਨਾ ਜੁੜੇ ਤੇ ਉਹਨੂੰ ਫਿਰ ਨਿਰਲਾਜੀ ਕਿਹਾ ਜਾਵੇਗਾ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜੇ ਐਸੇ ਇਹ ਕਟਾਕਸ਼ ਵਾਲੇ ਬਚਨ ਸੁਣ ਕੇ ਵੀ ਜਿਹਦਾ ਮਨ ਜਾਗ ਪਏ, ਧੰਨ ਭਾਗ ਹੀ ਆ ਉਹਦੇ।
ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਜਿਹੜਾ ਲੱਗ ਜਾਵੇ ਇਹਨਾਂ ਬਚਨਾਂ ਨੂੰ ਸੁਣ ਕਰਕੇ। ਮਹਾਰਾਜ ਕਹਿੰਦੇ ਮੂਰਖ ਨਾ ਬਣ, ਨਿਰਲੱਜ ਨਾ ਹੋ, ਬੇਸ਼ਰਮੀ ਨੂੰ ਧਾਰਨ ਨਾ ਕਰ, ਹਰੀ ਦਾ ਨਾਮ ਜਪ ਲੈ, ਕਿਉਂ ਤੂੰ ਨਾਮ ਨੂੰ ਵਿਸਾਰ ਕਰਕੇ ਬੇਸ਼ਰਮੀ ਧਾਰਨ ਕਰ ਰਿਹਾ ਹੈ। ਰਾਮ ਭਗਤ ਹੀ ਆਨ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਭਗਤੀ ਨੂੰ ਆਪਣੇ ਹਿਰਦੇ ਵਿੱਚ ਲੈ ਆ, ਜਿੱਥੇ ਤੂੰ ਵਿਕਾਰਾਂ ਦੇ ਫੁਰਨੇ ਬਿਠਾਏ ਹੋਏ ਆ, ਜਿੱਥੇ ਹੋਰ ਸੰਸਾਰ ਦੇ ਅੰਦਰ ਤੂੰ ਈਰਖਾ ਦੀਆਂ ਗੱਲਾਂ ਆਪਣੇ ਮਨ ਵਿੱਚ ਬਿਠਾਈਆਂ ਹੋਈਆਂ, ਕੱਢ ਦੇ। ਵਾਹਿਗੁਰੂ ਦੇ ਜਸ ਨੂੰ ਆਪਣੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਲੈ ਆ, ਵਸਾ ਲੈਣਾ ਕਰ। ਜਦੋਂ ਵਾਹਿਗੁਰੂ ਵਾਹਿਗੁਰੂ ਰਸਨਾ ਤੋਂ ਆਖੇਗਾ, ਹੌਲੀ ਹੌਲੀ ਮਿਹਨਤ ਕਰਦਿਆਂ ਤੈਨੂੰ ਪ੍ਰੀਤ ਲੱਗੇਗੀ, ਮਹਾਰਾਜ ਜੀ ਦਾ ਨਾਮ ਤੇਰੇ ਹਿਰਦੇ ਵਿੱਚ ਆ ਜਾਏਗਾ। ਛੱਡ ਦੇ ਤੈਂ ਮਨ ਕੋ ਮਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰੇ ਮਨ ਦਾ ਮਾਨ ਨਹੀਂ ਛੁੱਟਦਾ। ਸਤਿਗੁਰੂ ਜੀ ਕਹਿੰਦੇ ਮਾਨ ਤਾਂ ਛੁੱਟੂਗਾ ਜੇ ਤੂੰ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਲੈ ਆਵੇਂਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਤੇਰੇ ਮਾਨ ਅੰਦਰ ਫੁਰ ਰਿਹਾ ਨਾ, ਇਸ ਨੂੰ ਤੂੰ ਅਣਹੋਇਆ ਜਾਣ ਕਰਕੇ ਤਿਆਗ ਦੇ। ਕਿਉਂਕਿ ਜਦੋਂ ਹੋਰ ਸਭ ਕੁਝ ਤਿਆਗ ਦਈਏ, ਬਾਹਰੋਂ ਵੀ ਵੇਖੋ ਸਾਧੂ ਤਿਆਗ ਰੱਖਦੇ ਆ, ਪਰ ਮਹਾਰਾਜ ਨੇ ਕਿਹਾ ਬਿਨ ਹੋ ਤਿਆਗ ਕਹਾਂ ਕੋ ਤਿਆਗੀ। ਜਿੰਨਾ ਚਿਰ ਹੰਕਾਰ ਨਹੀਂ ਤਿਆਗਿਆ ਗਿਆ, ਮਹਾਰਾਜ ਕਹਿੰਦੇ ਉਹਨਾਂ ਚਿਰ ਭਾਈ ਕਿਵੇਂ ਕੋਈ ਤਿਆਗੀ ਹੋ ਜਾਊਗਾ। ਤਿਆਗੀ ਉਹਨਾਂ ਚਿਰ ਨਹੀਂ ਬਣਿਆ ਜਾਂਦਾ। ਭਾਵੇਂ ਬਾਹਰੋਂ ਮਾਇਆ ਦੇ ਜਿਹੜੇ ਆ ਉਹ ਸਾਧ ਸੰਗਤ ਜੀ ਪਦਾਰਥ ਹੋਰ ਕਈ ਤਰੀਕੇ ਆ ਉਹਨਾਂ ਨੂੰ ਤਿਆਗ ਦਿੰਦੇ ਆ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨਾ ਚਿਰ ਮਨ ਕਰਕੇ ਸੰਕਲਪ ਨਾ ਤਿਆਗੇ ਉਹਨਾਂ ਚਿਰ ਤਿਆਗ ਨਹੀਂ ਹੁੰਦਾ। ਕਿਉਂਕਿ ਸਰੀਰ ਕਰਕੇ ਤਾਂ ਸਾਧ ਸੰਗਤ ਜੀ ਇਹ ਮਾਇਆ ਵਿਆਪਦੀ ਹੈ, ਵਿਹਾਰ ਮਾਇਆ ਨਾਲ ਚੱਲਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਤੇਰੇ ਮਨ ਦੇ ਅੰਦਰ ਸੰਕਲਪ ਹੈ ਨਾ, ਆਪਣੇ ਮਾਣ ਸਤਿਕਾਰ ਨੂੰ ਚਾਹੁੰਦਾ ਹੈ, ਇਹ ਤਿਆਗ ਦੇ ਅੰਦਰੋਂ। ਵਾਹਿਗੁਰੂ ਦਾ ਜਸ ਆਪਣੇ ਅੰਦਰ ਧਾਰਨ ਕਰ। ਸਭ ਤੋਂ ਵੱਡਾ ਵਾਹਿਗੁਰੂ ਹੈ, ਪਰਮੇਸ਼ਰ ਹੈ। ਆਪਣੇ ਨਿੱਕੇ ਜੇ ਨਾਸ਼ਵੰਤ ਸਰੀਰ ਦੀ ਤੂੰ ਵਡਿਆਈ ਕਿਉਂ ਇੰਨੀ ਕਰਾਉਣਾ ਚਾਹੁੰਦਾ ਹੈ? ਤਾਂ ਮਹਾਰਾਜ ਕਹਿੰਦੇ ਹਨ ਮਨ ਕੋ ਫਿਰ ਪੜਦੇ ਹੋ। ਛੱਡ ਦੇ ਤੈਂ ਮਨ ਕੋ ਮਾਨ। ਛੱਡ ਦੇ ਤੂੰ ਮਨ ਦਾ ਜਿਹੜਾ ਮਾਣ ਹੰਕਾਰ ਹੈ, ਵਾਹਿਗੁਰੂ ਦੇ ਜਸ ਨੂੰ ਆਪਣੇ ਹਿਰਦੇ ਵਿੱਚ ਲੈ ਆ, ਧਾਰਨ ਕਰ ਲੈ। ਨਾਨਕ ਜਨ ਇਹ ਬਖਾਨ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਅਸੀਂ ਤੇਰੇ ਤਾਈਂ ਇਹ ਬਖਿਆਨ ਕਰਕੇ ਉਪਦੇਸ਼ ਦਿੰਦੇ ਹਾਂ। ਜਗ ਮੈਂ ਬਿਰਾਜ ਰੇ। ਸਤਿਗੁਰੂ ਜੀ ਕਹਿੰਦੇ ਜਗਤ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ, ਨਾਮ ਵਿੱਚ ਅਸਥਿਤ ਹੋ ਕਰਕੇ ਤੂੰ ਤੁਰਿਆ ਪਦ ਦੇ ਅੰਦਰ ਬਿਰਾਜਣਾ ਕਰ। ਫਿਰ ਸਤਿਗੁਰੂ ਜੀ ਕਹਿੰਦੇ ਇਸ ਜਗਤ ਦੇ ਅੰਦਰ ਬਿਰਾਜ ਕਰਕੇ ਭਾਵ ਹੋਰ ਜਗਤ ਅੰਦਰ ਸਾਧ ਸੰਗਤ ਜੀ ਸਾਰੇ ਜਗਤ ਦੀ ਮਹਿਮਾ ਦੇ ਉਪਦੇਸ਼ ਦੇਣਗੇ, ਇਸ ਸਰੀਰ ਦੇ ਸੁੱਖਾਂ ਦੇ ਉਪਦੇਸ਼ ਨੂੰ ਦੇਣਗੇ, ਪਰ ਇਸ ਜਗਤ ਦੇ ਅੰਦਰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ ਜਿਨ੍ਹਾਂ ਨੇ ਇਹ ਜਗਤ ਵਿੱਚ ਉਪਦੇਸ਼ ਦਿੱਤਾ ਹੈ ਸੰਸਾਰ ਵਿੱਚ ਆ ਕਰਕੇ ਕਿ ਇਹ ਸੰਸਾਰ ਨਾਸ਼ਵੰਤ ਹੈ, ਇਹਦੇ ਸੁੱਖ ਸਦੀਵ ਨਹੀਂ ਹਨ। ਸੰਸਾਰ ਦੇ ਅੰਦਰ ਸਰੀਰਕ ਰਸਾਂ ਨੂੰ ਛੱਡ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪ। ਸਤਿਗੁਰੂ ਜੀ ਕਹਿੰਦੇ ਇਸ ਜਗਤ ਦੇ ਅੰਦਰ ਬਿਰਾਜ ਕਰਕੇ ਭਾਈ ਵਾਹਿਗੁਰੂ ਦੇ ਨਾਮ ਨੂੰ ਜਪ। ਪਰਮੇਸ਼ਰ ਦੇ ਨਾਮ ਨੂੰ ਜਪੇਗਾ, ਤੇਰਾ ਜਗਤ ਵਿੱਚ ਬਿਰਾਜਣਾ ਜਿਹੜਾ ਆਉਣਾ ਕੀ ਹੈ ਸਫਲ ਹੋ ਜਾਏਗਾ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ ਇੱਥੇ 31 ਰਾਗ ਸੰਪੂਰਨ ਹੋਏ ਹੈ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਸੰਸਕ੍ਰਿਤੀ ਦੀ ਬਾਣੀ ਹੈ ਉਹ ਆਰੰਭ ਹੋਵੇਗੀ। ਸਤਿਗੁਰੂ ਜੀ ਮਹਿਰਾਮਦ ਕਰਨ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ ਤਾਂ ਜੋ ਸਾਡੇ ਅੰਦਰ ਵੀ ਬੈਰਾਗ ਪੈਦਾ ਹੋਵੇ। ਇਸ ਸੰਸਾਰ ਦੇ ਸਾਰੇ ਰਸ ਫਿੱਕੇ ਪ੍ਰਤੀਤ ਹੋਣ, ਬਿਨਾਂ ਭਜਨ ਕੀਤੇ ਤੋਂ ਇਹ ਬਖਸ਼ਿਸ਼ ਨਹੀਂ ਮਿਲਦੀ। ਸਤਿਗੁਰੂ ਦੇ ਅੱਗੇ ਹੱਥ ਜੋੜ ਅਰਦਾਸ ਕਰੀਏ, ਮਹਾਰਾਜ ਸਾਡਾ ਮਨ